होनी है। आप सबनों गुजारिश है कि 1 बजे जरूर पहुँचो उत्थे 1207575 ए एवेन्यू के उत्ते सीनियर्स फैसिलिटी है। और इस AGM ਦੇ ਵਿੱਚ जिस प्रकार ਦੇ ਤੁਸੀਂ ਚਾਹੁੰਦੇ ਹੋ ਫੈਸਲੇ ਜਿਹੜੇ ਪੈਕਸ ਆ ਅਗਾਊਂ ਸਮਿਆਂ ਦੇ ਵਿੱਚ ਲਵੇ, ਡੈਫੀਨੇਟਲੀ ਬੋਰਡ ਆਫ ਡਾਇਰੈਕਟਰਸ ਦੀ ਚੋਣ ਹੋਣੀ ਹੈ। ਜੇ ਸਾਡੀ ਸੰਸਥਾ ਜਿਹੜੀ ਸਾਡੀ ਕਮਿਊਨਿਟੀ ਦੀ ਉਹਦੇ ਬੋਰਡ ਦੇ ਵਿੱਚ ਹੀ ਦਾਗੀ ਰਿਐਲਟਰ ਜਾਂ ਉਹ ਵੀ ਲੋਕ ਜਿਹੜੇ ਕਿ ਨਸ਼ਾ ਉਹਨਾਂ ਦੀ ਕਮਜ਼ੋਰੀ ਹੈ, ਜਿਨ੍ਹਾਂ ਨੂੰ ਪਹਿਲਾਂ ਖੁਦ ਹੀ ਪੈਕਸ ਵੱਲੋਂ ਕੰਮ ਕਰਨ ਦੇ ਨਸ਼ਾ ਅਧੀਨ ਕੰਮ ਕਰਨ ਦੀਆਂ ਕਾਰਗੁਜ਼ਾਰੀਆਂ ਕਰਕੇ ਆਪਣੇ ਕੰਮ ਤੋਂ ਕੱਢ ਦਿੱਤਾ ਗਿਆ ਸੀ, ਉਹਨਾਂ ਨੂੰ ਹੁਣ ਬੋਰਡ ਦੇ ਵਿੱਚ ਰੱਖ ਲਿਆ ਗਿਆ। ਇੱਕ ਤਰੀਕੇ ਦੀ ਪ੍ਰਮੋਸ਼ਨ। ਕਈ ਲੋਕਾਂ ਨੇ ਤਾਂ ਮੈਨੂੰ ਇੱਥੋਂ ਤੱਕ ਗੱਲ ਕਹੀ ਕਿ ਜੇ ਇਹੀ ਸੰਸਥਾ ਕਹਿੰਦੇ ਸ਼ਰਾਬ ਪੀ ਕੇ ਕਤਾਈਆਂ ਕਰਨ 'ਤੇ ਜਿੱਥੇ ਕਹਿੰਦੇ ਫਾਇਰ ਕਰ ਦਿੰਦੇ ਆ, ਉੱਥੇ ਬੋਰਡ ਦੇ ਵਿੱਚ ਕਹਿੰਦੇ ਬੋਰਡ ਮੈਂਬਰ ਰੱਖ ਲੈਂਦੇ। ਸਾਡੇ ਲਈ ਵੀ ਇਹ ਗੱਲਾਂ ਸੁਣਨੀਆਂ ਕੋਈ ਆਸਾਨ ਨਹੀਂ ਹੈ, ਜਦੋਂ ਆਮ ਪਬਲਿਕ ਦੇ ਵਿੱਚੋਂ ਜਿਨ੍ਹਾਂ ਦੀ ਵੈਸੇ ਕੋਈ ਗੱਲ ਨਹੀਂ ਸੁਣਦਾ ਉਹ ਆ ਕੇ ਕਹਿੰਦੇ ਆ। ਨਿਰਸੰਦੇਹ ਇਹੋ ਜਿਹੀ ਸੰਸਥਾ ਜਿਹਦੇ ਕਿ ਮਿਲੀਅਨਸ ਆਫ ਡਾਲਰਸ ਦੀ ਫੰਡਿੰਗ ਹੈ ਔਰ ਤਿੰਨੇ ਲੈਵਲ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਦਿੰਦੀਆਂ ਨੇ। ਸਾਡਾ ਫਰਜ਼ ਬਣਦਾ ਹੈ ਕਿ ਸਾਡੇ ਨਾਂ, ਨਸਲ, ਰੰਗ, ਜ਼ੁਬਾਨ ਦੇ ਆਧਾਰ ਦੇ ਉੱਤੇ ਮਣਾ ਮੂੰਹੀਂ ਫੰਡਿੰਗ ਸਰਕਾਰਾਂ ਤੋਂ ਲੈਣ ਵਾਲੀ ਸੰਸਥਾ ਦੀ ਕੀ ਕਾਰਗੁਜ਼ਾਰੀ ਸਹੀ ਤਰੀਕੇ ਨਾਲ ਚੱਲ ਰਹੀ ਹੈ। ਬਾਕੀ ਆਪ ਸਭ ਨੂੰ ਅਸੀਂ ਖੁਲਾਸਾ ਕਰਦੇ ਆ ਰਹੇ ਹਾਂ ਕਿ ਪੈਕਸ ਦੇ CEO ਸਤਵੀਰ ਸਿੰਘ ਚੀਮਾ ਹੋਰਾਂ ਨੇ ਤਾਂ ਇੱਕ ਤਰੀਕੇ ਨਾਲ ਇਹਨੂੰ ਆਪਣਾ ਅੱਡਾ ਹੀ ਬਣਾਇਆ ਹੋਇਆ, ਜਿੱਥੋਂ ਹੋਰ ਬੜਾ ਕੁਛ ਹੈ ਜਿਹੜਾ ਉਸ ਦਾ ਸੰਚਾਲਨ ਚੱਲਦਾ। ਇਹ ਵੀ ਖਬਰਾਂ ਤੁਸੀਂ ਸਾਡੇ ਤੱਕ ਪਹੁੰਚਦੀਆਂ ਕਰਦੇ ਹੋ ਕਿ ਕਿਸ ਪ੍ਰਕਾਰ ਜਿਹੜੇ ਆਮ ਕਰਮਚਾਰੀ ਨੇ ਉਹ ਤਾਂ ਕੰਮ ਦੇ ਵਿੱਚ ਰੁੱਝੇ ਰਹਿੰਦੇ ਨੇ, ਉਹ ਤਾਂ ਕੰਮ ਆਪਣੀ ਪੂਰੀ ਮਿਹਨਤ ਨਾਲ ਕਰਦੇ ਹੈ, ਪਰ ਉਹਨਾਂ ਦੇ ਤੌਰ 'ਤੇ ਉਹਨਾਂ ਦੇ ਉੱਪਰ ਵੀ ਕਿਸ ਪ੍ਰਕਾਰ ਦੇ ਅਸਿੱਧੇ ਤੌਰ 'ਤੇ ਜਿਹੜੇ ਪ੍ਰੈਸ਼ਰ ਨੇ ਪ੍ਰੋਡਕਟਿਵਿਟੀ ਦੇ ਅੰਤਰਗਤ ਪਾਏ ਜਾਂਦੇ ਨੇ। ਮੇਰੇ ਲਈ ਬੜੀ ਮਤਲਬ ਇਹ ਸ਼ਰਮਿੰਦਗੀ ਵਾਲੀ ਗੱਲ ਹੈ ਜਦੋਂ ਮੈਨੂੰ ਇਹ ਗੱਲ ਕਹੀ ਗਈ ਸਪਸ਼ਟ ਲਫ਼ਜ਼ਾਂ ਦੇ ਵਿੱਚ। ਕਹਿੰਦੇ ਜੀ ਸਾਨੂੰ ਕਿਹਾ ਜਾਂਦਾ ਵੀ ਇੰਨੇ ਕੇਸ ਤੁਹਾਡੇ ਹੋਣੇ ਚਾਹੀਦੇ ਨੇ ਤਾਂ ਤੁਹਾਡੇ ਪ੍ਰੋਗਰਾਮ ਨੂੰ ਫੰਡਿੰਗ ਮਿਲੇਗੀ। ਕਹਿੰਦੇ ਫਿਰ ਅਸੀਂ ਉਹ ਤਾਂ ਫਾਈਲਾਂ ਦੇ ਨੰਬਰ ਨੇ ਜਿਹੜੇ ਦਰਜ ਕਰਨੇ ਹੀ ਕਰਨੇ ਆ। ਤੁਹਾਨੂੰ ਯਾਦ ਹੋਏਗਾ ਆਸ਼ਾ ਨਾ, ਜਦੋਂ ਮੈਂ ਇਸ ਸ਼ਹਿਰ ਦੇ ਵਿੱਚ ਆਈ ਸੀ ਲੇਟ ਤਕਰੀਬਨ ਅਰਲੀ ਟੂ 90s ਦੀ ਗੱਲ ਹੈ ਇਹ, ਉਦੋਂ ਮੇਰੇ ਪਾਸ ਸ਼ਿਕਾਇਤਾਂ ਆਉਂਦੀਆਂ ਹੁੰਦੀਆਂ ਸੀ। ਕਹਿੰਦੇ ਕੁਝ ਕੁ ਟੋਲੇ ਹੈਗੇ ਜਿਨ੍ਹਾਂ ਨੇ ਸਾਡੇ ਬੀਬੀ ਕਹਿੰਦਾ ਘਰ ਪੱਟੇ ਨੇ, ਸ਼ਰੇਆਮ ਕਹਿੰਦੇ ਸੀ। ਕਹਿੰਦੇ ਜੇ ਕਿਤੇ ਘਰ ਦੇ ਵਿੱਚ ਮਾੜੀ ਮੋਟੀ ਕੋਈ ਲੜਾਈ ਹੋ ਜਾਣੀ ਤਾਂ ਕਹਿੰਦੇ ਬੀਬੀਆਂ ਆ ਬੈਠਦੀਆਂ ਸੀ, ਕਹਿੰਦੇ ਇਹਨਾਂ ਨੇ ਘਰ ਮੁਕਵਾ ਤੇ ਨਿਆਣੇ ਕਹਿੰਦੇ ਸਾਡੇ ਰੋਲ ਤੇ, ਜਨਾਨੀਆਂ ਸਾਡੀਆਂ ਰੋਲਤੀਆਂ, ਬਦਨਾਮੀ ਸਾਡੀ ਵੱਖਰੀ। ਪਰ ਇਹਨਾਂ ਦੇ ਆਪਣੇ ਕੇਸਾਂ ਦੇ ਨੰਬਰ ਨੇ ਜਿਹੜੇ ਉਹਨਾਂ ਦੇ ਆਧਾਰ ਦੇ ਉੱਤੇ ਕਹਿੰਦਾ ਇਹਨਾਂ ਦਾ ਆਪਣਾ ਕੀ ਕਹਿੰਦੇ ਨੇ ਦਾਲ ਫੁਲਕਾ ਜਿਹੜਾ ਕਹਿੰਦੇ ਚੱਲਦਾ ਰਿਹਾ। ਔਰ ਕਈਆਂ ਨੇ ਤਾਂ ਕਹਿੰਦੇ ਉਹ ਘਰ ਬੈਂਕਾਂ ਨੂੰ ਗਏ ਹੋਏ ਖਰੀਦ ਲਏ ਆਪ ਬਾਅਦ 'ਚ। ਇਹਨੂੰ ਕਹਿੰਦੇ ਨੇ ਪ੍ਰਿਵਿਲੇਜ ਇਨਫੋਰਮੇਸ਼ਨ ਦੀ ਦੁਰਵਰਤੋਂ। ਉਹ 90s ਦੇ ਵਿੱਚ ਸ਼ਾਇਦ ਜਾਣਕਾਰੀਆਂ ਬੜੀ ਛੇਤੀ ਖੁੱਲ੍ਹ ਕੇ ਸਾਹਮਣੇ ਨਹੀਂ ਸੀ ਆਉਂਦੀਆਂ, ਸਿਰਫ ਉਹ ਲੋਕ ਜਿਹੜੇ ਪ੍ਰਭਾਵਿਤ ਸਨ ਉਹੀ ਪਿੱਟਦੇ ਸਨ। ਅੱਜ ਦਾ ਯੁੱਗ ਵੱਖਰਾ ਹੈ, 21ਵੀਂ ਸਦੀ ਦਾ ਤੀਸਰਾ ਦਹਾਕਾ ਹੈ। ਅੱਜ ਸੋਸ਼ਲ ਮੀਡੀਆ ਦੇ ਉੱਤੇ ਵੀ ਲੋਕ ਆਪਣੀ ਜਿਹੜੀ ਤਕਲੀਫ ਆ ਉਹ ਦੱਸ ਸਕਦੇ ਹੈ। ਉਹਨਾਂ ਦੀ ਪਹੁੰਚ ਹੈ ਜਿਹੜੀ ਰਾਤੋਂ ਰਾਤ ਕਿਤੇ ਦੀ ਕਿਤੇ ਪਹੁੰਚ ਸਕਦੀ ਹੈ। ਕੋਈ ਵੀ ਖਰਾਤੀ ਸੰਸਥਾ ਜਿਸ ਨੂੰ ਫੈਡਰਲ ਸਰਕਾਰ ਤੋਂ ਲੈ ਕੇ ਸਾਡੇ ਸ਼ਹਿਰ ਦੀ ਸਰਕਾਰ ਤੱਕ ਹਰ ਪ੍ਰਕਾਰ ਦੀ ਫੰਡਿੰਗ ਦਿੰਦੀ ਆ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਕਾਰਗੁਜ਼ਾਰੀਆਂ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਖੈਰਾਤੀ ਸੰਸਥਾਵਾਂ ਦੀ ਹੋਂਦ ਹੀ ਸਾਡੇ ਸਮਾਜ ਦੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਕਰਨ ਲਈ ਆ। ਇਹਦਾ ਮਤਲਬ ਹੈ ਜੇ ਉੱਥੇ ਇਸ ਤਰ੍ਹਾਂ ਦੀਆਂ ਕਤਾਈਆਂ ਹੁੰਦੀਆਂ ਨੇ, ਪਹਿਲਾਂ ਹੀ ਅਬਿਊਸਿਵ ਸਿਚੁਏਸ਼ਨ ਦੇ ਵਿੱਚ ਪਹੁੰਚਿਆ ਹੋਇਆ ਜਿਹੜਾ ਵਿਅਕਤੀ ਉਹਨੂੰ ਦੁਬਾਰਾ ਅਬਿਊਜ਼ ਕੀਤਾ ਜਾ ਰਿਹਾ, ਉਸ ਨੂੰ ਸੇਵਾਵਾਂ ਦੇਣ ਵਾਲੀ ਛਤਰੀ ਦੇ ਹੇਠਾਂ। ਅਰੇ ਤਦ ਹੀ ਵਾਪਰਦਾ ਜਦੋਂ ਆਮ ਪਬਲਿਕ ਆ ਚੁੱਪ ਹੁੰਦੀ ਹੈ। ਅਗਰ ਆਮ ਪਬਲਿਕ ਚਤੰਨ ਰਹੇ ਫਿਰ ਇਹ ਕੁਝ ਵਾਪਰ ਨਹੀਂ ਸਕਦਾ। ਆਮ ਪਬਲਿਕ ਚਤੰਨ ਕਿਵੇਂ ਰਹਿ ਸਕਦੀ ਆ? ਉਹ ਹੈ ਜੀ ਇਹ ਖੈਰਾਤੀ ਸੰਸਥਾਵਾਂ ਹੋਣ, ਪੋਲੀਟੀਸ਼ੀਅਨ ਹੋਣ, ਧਾਰਮਿਕ ਅਦਾਰੇ ਤੇ ਸੰਸਥਾਵਾਂ ਹੋਣ, ਇਸ ਦੇ ਨਾਲ ਸੰਬੰਧਿਤ ਜਿਹੜੇ ਮੁਖੀ ਨੇ, ਬੋਰਡ ਆਫ ਡਾਇਰੈਕਟਰਸ ਨੇ ਜਾਂ ਕੁਝ ਵੀ ਜਿਹੜੇ ਫੈਸਲਾ ਲੈਣ ਵਾਲੇ ਲੋਕ ਨੇ, ਉਹਨਾਂ ਦੀ ਸਹੀ ਚੋਣ ਕੀਤੀ जावे। आशा ना जे चोण सही ना होवे। बिल्कुल। वैसे दीदी आपने कहा कि पिक्स के जो नॉन प्रॉफिट ऑर्गेनाइजेशन है, आप जाकर इनके AGM में सवाल करो, आपका हक है। नॉन प्रॉफिट ऑर्गेनाइजेशन को चलाने वाले जनता है, हम हैं, आप है, और यहाँ पर एक एक जाए हुए पैसे जो है वो हमारे टैक्स पेयर्स के डॉलर्स है। सो हमारा हक है कि हम जाकर यहाँ सवाल कर सकें। AGM में अगर आपको अंदर नहीं जाने देते, बाहर खड़े होकर सवाल पूछो, आस्क देम
they are supposed to answer you. हाँ, ये अलग बात है कि ये धमकियाँ ज़रूर दे देते हैं, पुलिस भेज देते हैं, ये कर देते, वो कर देते, लेकिन टेक्निकली लीगली ये कुछ नहीं कर सकते. दे हैव टू आंसर बिकॉज इट्स अ नॉन प्रॉफिट ऑर्गेनाइजेशन. आप किसी के प्राइवेट बिजनेस पे नहीं जाकर दाखिल अंदाजी कर रहे, ये एक नॉन प्रॉफिट ऑर्गेनाइजेशन है. सितंबर 10 तारीख को एट 12075 ए एवेन्यू सरी में ज़रूर पहुंचो और जाकर अपने सवाल करो. पिक्स के बहुत सारे क्वेश्चंस हैं करप्शंस की, जो हम चाहेंगे कि आप लोग इनसे एक एक सवाल करें, जिसके बारे में ईच एंड एवरी क्वेश्चन हम आपको बताने वाले हैं. अपने अपने बुक और पेन ज़रूर उठा लीजिए सो यू कैन नोट डाउन द क्वेश्चंस. ज़रूर क्वेश्चंस नोट करो और जाके सवाल पूछो. अगर आप इस समाज के लिए कुछ बेहतर करना चाहते हैं, दिस इज़ द ओनली वे. So after a quick commercial break, we will come with all the corruptions at PICS so that you can ask them at AGM. Plan insurance ਕੋਲੋਂ ਲਓ ਲਾਈਫ ਇੰਸ਼ੋਰੈਂਸ ਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀਆਂ ਬੈਸਟ ਆਪਸ਼ਨਸ. ਇੱਕ ਕਲੇਮ ਆਉਣ ਦੀ ਸੂਰਤ ਵਿੱਚ ਤੁਹਾਨੂੰ ਸਟੈਪ ਬਾय ਸਟੈਪ ਗਾਈਡ ਵੀ ਕਰਦੇ ਹਾਂ. ਜੇ ਤੁਸੀਂ ਵਿਜ਼ਿਟਰ ਜਾਂ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਕੋਟ ਲੈਣਾ ਹੈ ਤਾਂ ਤੁਸੀਂ ਇਹਨਾਂ ਨੂੰ ਸਿਰਫ ਵਿਜ਼ਿਟਰ ਦੇ ਏਜ ਟੈਕਸ ਕਰੋ 6043632200 ਤੇ. ਇਹ ਮਿੰਟਾਂ ਵਿੱਚ ਤੁਹਾਨੂੰ ਸਾਰੀਆਂ ਮੇਜਰ ਕੰਪਨੀਆਂ ਦੇ ਕੋਟ ਭੇਜ ਦੇਣਗੇ. ਇਹ BC ਅਲਬਰਟਾ ਦੇ ਨਾਲ ਟੋਰਾਂਟੋ ਵਿੱਚ ਵੀ ਸਰਵਿਸ ਪ੍ਰੋਵਾਈਡ ਕਰਵਾਉਂਦੇ ਹਾਂ. सही इंश्योरेंस प्लान डिजाइन करवाने ਲਈ कॉल करो प्लान इंश्योरेंस ਦੇ ਅਮਰਿੰਦਰ ਨੱਡਾ ਨੂੰ 6043632200 6043632200 और विजिट planinsurance.ca. ਘਰ ਖਰੀਦਣਾ ਚਾਹੁੰਦੇ ਹੋ ਜਾਂ ਘਰ ਵੇਚਣਾ ਚਾਹੁੰਦੇ ਹੋ, ਫਾਈਨ ਪ੍ਰਿੰਟਸ ਨੂੰ ਪੜ੍ਹਨਾ ਤੇ ਸਮਝਣਾ ਅਤਿਅੰਤ ਜ਼ਰੂਰੀ ਹੈ. ये सिर्फ और सिर्फ भरोसेमंद रियल्टर ही कर सकते हैं. घर बेचन दा मन बनाया या घर खरीदना चाहते हो, सही ते भरोसेयोग सलाह दे लिए कॉल करो 30 साल दा तजुर्बा रखन वाली रियल्टर कुलजीत कौर नू. SRS Panorama Realty 6047679992 604 767 9992. ਕੁਲਜੀਤ ਕੌਰ. ਐਕਸਪ੍ਰੈਸ ਐਂਟਰੀ ਦੇ ਵਿੱਚ PR ਲਈ ਅਪਲਾਈ ਕਰਨਾ ਹੈ ਤਾਂ ਆਈਡੀਆ ਇਮੀਗ੍ਰੇਸ਼ਨ ਦੇ ਨਵਨੀਤ ਸ਼ਰਮਾ ਜੀ ਨੂੰ ਕਰੋ ਕਾਲ 604 597 1119 ਤੇ. BC ਦੇ ਵਿੱਚ PNP ਜਾਂ ਫਿਰ ਸਸਕੈਚੁਅਨ ਦੇ ਵਿੱਚ SINP ਦੇ ਲਈ ਗਾਈਡੈਂਸ ਦੀ ਲੋੜ ਹੈ. ਸਟੂਡੈਂਟਸ ਨੇ ਐਪਲੀਕੇਸ਼ਨ ਫਾਈਲ ਕਰਨੀ ਹੈ. ਸਟੱਡੀ ਵੀਜ਼ਾ, ਵਰਕ ਪਰਮਿਟ, ਮੈਰਿਜ, LMIA ਐਪਲੀਕੇਸ਼ਨ, ਓਨਰ ਆਪਰੇਟਰ ਜਾਂ ਫਿਰ ਇਨਵੈਸਟਮੈਂਟ ਐਪਲੀਕੇਸ਼ਨ, ਕੇਅਰ ਗਿਵਰ ਨੈਨੀ ਪ੍ਰੋਗਰਾਮ ਦੇ ਲਈ ਅਪਲਾਈ ਕਰਨ ਦੇ ਵਿੱਚ ਮਦਦ ਕਰਦੇ ਨੇ. ਆਈਡੀਆ ਇਮੀਗ੍ਰੇਸ਼ਨ ਦੇ ਦਫ਼ਤਰ ਸਰੀ ਕਲੋਨਾ ਤੇ ਰਜ਼ਾਈਨਾ ਵਿਖੇ ਨੇ. ਸਰੀ ਦਾ ਦਫ਼ਤਰ ਯਾਰਕ ਸੈਂਟਰ ਵਿਖੇ ਯੂਨਿਟ ਨੰਬਰ 2097928 ਸਟਰੀਟ 6045971119. ਆਈਡੀਆ ਇਮੀਗ੍ਰੇਸ਼ਨ. ਘਰ ਦਾ ਪਲਾਨ ਤੇ ਬਣ ਗਿਆ, ਟੂਟੀਆਂ ਤੇ ਟੱਬ ਕਿੱਥੋਂ ਲੈਣੇ ਆ ਸ਼ੇਰਿਆ? ਸਰਦਾਰ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਸਭ ਤੋਂ ਸੋਹਣਾ ਸ਼ੋਰੂਮ ਹੈ HD ਪ੍ਰੋਡਕਟ. ਇਹ ਤਾਂ ਬਿਨਾਂ ਕਿਤੇ ਹੋਰ ਗੱਲ ਨਹੀਂ ਬਣਨੀ. ਕਮਾ ਓਏ ਫੋਨ 6042319592. ਹੁਣੇ ਲਓ ਸਰਦਾਰ 6042319592. ਆਪਣੇ ਡ੍ਰੀਮ ਹਾਊਸ ਵਿੱਚ ਬਾਥਰੂਮ ਅਤੇ ਕਿਚਨ ਦੀ ਯੂਨੀਕ ਲੁੱਕ ਵਾਸਤੇ ਇੱਕ ਗੇੜਾ HTA ਦੇ ਸ਼ੋਰੂਮ ਸਿੰਪਸਨ ਅਤੇ ਬ੍ਰਿਜਪੋਰਟ ਦੇ ਕਾਰਨਰ ਤੇ ਜ਼ਰੂਰ ਮਾਰੋ. ਕਾਲ HTA 6042319592. ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਸਹੀ ਸਲਾਹ ਤੁਹਾਡੇ ਹਿੱਤ ਦੇ ਵਿੱਚ ਫੈਸਲੇ ਕਰਵਾਉਂਦੀ ਹੈ, ਜਿਸ ਲਈ ਨਿਊ ਵਰਲਡ ਕੈਨੇਡਾ ਇਮੀਗ੍ਰੇਸ਼ਨ ਸਰਵਿਸਿਜ਼ ਦੇ ਬਲਵਿੰਦਰ ਜੀਤ ਬਾਸੀ ਨੂੰ ਕਰੋ ਕਾਲ 604 572 4000. ਇਹ ਸਰਟੀਫਾਈਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਤੇ ICCRC ਦੇ ਮੈਂਬਰ ਨੇ ਔਰ 2011 ਤੋਂ ਸੇਵਾਵਾਂ ਦੇ ਰਹੇ ਹਨ. ਇਮੀਗ੍ਰੇਸ਼ਨ ਦੇ ਹਰ ਮਸਲੇ ਦੇ ਲਈ ਕਰੋ ਕਾਲ 604 575 8000. ਯੂਨਿਟ ਨੰਬਰ 403 83 18 120 ਸਟਰੀਟ ਸਰੀ ਜਾਂ ਵਿਜ਼ਿਟ ਕਰੋ www.newworldcanada.ca. बिरयानी, गोट कढ़ाई, निहारी चिकन कढ़ाई, बारबेक्यू बीफ कबाब कढ़ाई. ਕਿਹੜਾ ਖਾਣ ਪੀਣ ਦਾ ਮੰਤਰ ਪੜ ਰਹੀ ਹੈ? ਇਹ ਮੰਤਰ ਹਾਊਸ ਆਫ ਚਿਕਨ ਦੇ ਡਿਸ਼ਸ ਦਾ ਹੈ. ਚਾਹੇ वो बिरयानी हो या फिर गोट कढ़ाई, कल दे डिनर भूल नहीं सकती. अभी भी हाथों से खुशबू नहीं जा रही. ਹਾਂ, ਮੈਂ ਵੀ ਸੁਣਿਆ ਹਾਊਸ ਆਫ ਚਿਕਨ ਦਾ ਕ੍ਰਿਸਪੀ ਗ੍ਰਿਲਡ ਚਿਕਨ ਜਾਂ ਫਿਰ ਤੰਦੂਰੀ ਚਿਕਨ, ਵਿੰਗਸ, 버ਗਰ, ਪੈਰੀ ਪੈਰੀ ਬਹੁਤ ਹੀ ਸਵਾਦ ਨੇ. ਪਹੁੰਚੋ 8223 120th ਸਟਰੀਟ ਡਲਟ ਵਾਲੇ ਪਾਸੇ. ਟੈਲੀਫੋਨ ਨੰਬਰ 2364661119. ਇੱਕ ਵਾਰੀ ਹਾਊਸ ਆਫ ਚਿਕਨ ਦੀ ਬਿਰਿਆਨੀ ਖਾਓਗੇ, ਪਾਕਿਸਤਾਨ ਦੀ ਬਿਰਿਆਨੀ ਭੁੱਲ ਜਾਓਗੇ. ਹਾਊਸ ਆਫ ਚਿਕਨ.
मीडिया वेज के प्लेटफॉर्म तो जी प्रोग्राम आप सब तक पहुँचा रहे हैं क्रिमिनल लॉयर गगन नाहल। सैक्शुअल असॉल्ट थैफ्ट ड्राइविंग अफेंसिस वर्गे चार्जिस का सामना कर रहे हो, फौजदारी मामला पै गया है, तो क्रिमिनल लॉयर गगन नाहल नूं करो कॉल 604 527 47 69 ਦੇ ਉੱਤੇ। गगन नाहल BC अल्बर्टा मैनीटोबा ते अंटरियो वर्गे 4 सूबਿਆਂ ਦੇ ਵਿੱਚ बड़े पेचीदा केस जित के अपने क्लाइंट्स नूं दे चुके ने। और गगन नाहल के दफ्तर का पता 6625 152 E स्ट्रीट 604 527 4769 के उत्ते कर सकते हो कॉल। हाई एंड ब्रांड नेम नूं कैरी करने वाला लोअर मेलैंड का मशहूर नाम HTA प्रोडक्ट्स है। प्रोग्राम आप सब तक पहुँचा रहे हैं। HTA प्रोडक्ट्स के शोरूम रिचमंड वैनकूवर ते सरी विखे ने और शानदार शोरूम्स के जाओ, चलते प्रोडक्ट देखो, पसंद करो, अपने घर के विच लगवाओ। और HTA प्रोडक्ट्स के मतलब किसी प्रकार की होर जानकारी के लिए तुसी साबी औलख होरां नूं कर सकते हो कॉल 604 728 5339 के उत्ते संपर्क किया जा सकता है। इस नाल दसते हैं कि प्लान इंश्योरेंस से अमरिंदर सिंह नड्डा होरां नूं कीती हुई एक कॉल तुहाडे माड़े वक्तां दे विच काम आ सकती है। 604 363 2200 उन्हां दा टैलीफोन नंबर है। अमरिंदर सिंह नड्डा प्लान इंश्योरेंस के उत्ते तुहाडी लोड़ मुताबक जीवन जांच के मुताबक ढुकवीं इंश्योरेंस प्लान करने दे विच तुहाडी मदद करनगे। इंश्योरेंस लैनियां लाइफ टर्न सुपर वीज़ा ट्रैवल इंश्योरेंस क्रिटिकल इलनेस डिसेबिलिटी इंश्योरेंस प्लान्स लैनियां ने तो प्लान इंश्योरेंस से अमरिंदर सिंह नड्डा नूं 604 363 2200 ते करो कॉल, नहीं तो विजिट कर सकते हो planinsurance.ca दे उत्ते। प्लान इंश्योरेंस से अमरिंदर सिंह नड्डा साडे प्रोग्राम के स्पॉन्सर ने। और मीडिया वेज के प्लेटफॉर्म तो अज प्रोग्राम के विच गलबात जिहड़ी चल रही है खास तौर के उत्ते खराती संस्थावां ते उन्हां दी जिहड़ी AGM है वो कितनी ज़्यादा महत्वपूर्ण है। और इस AGM दे विच ज़्यादातर जिहड़े लोग ने वो अवेसले हो जाते हैं और बहुती बारी इसे अवेसलेपन का नजायज़ फायदा जिहड़ियां इस तरह दी संस्थावां चलाउण वाले उस वक्त ते जिहड़े लोग ने संचालक ने जिहड़े वो नजायज़ फायदे उठा जाते हैं। पता है लोगों का रुझान है नहीं। पिछलियां AGM देखिया लोगों ने किहड़ा किसी ने पुछना, माड़े मोटे ईवन लाइफ टाइम जिहड़े मैंबरस ने उन्होंने भी सूचित नहीं किया गया सी। है AGM सी कदों सी होगी, नवे बोर्ड चुन ले, nobody know, not many people do know about it। मैं हैरान हाँ मिलियंस ऑफ डॉलर्स प्राप्त करने वाली खराती संस्था की AGM होवे और उहदे बारे ज़्यादा लोगों को पता ही ना होवे। आम पब्लिक का छोड़ो जिहड़े मैंबर ने उन्होंने भी सारिਆਂ ਨੂੰ इसकी पूरी जिहड़ी जानकारी आ है नहीं गी। और जदों इस बारे एक कारगुजारी बारे ये देखा जाए तो करप्शन के लिए एक तरीके नाल ना फील्ड वर्क जिहड़ा राह है वो पद्धरा करने वाली कहानियां हुंदियां ने। जो ही सानूं इन्हां गल्लां दा पता लगना शुरू होया असीं तुहाडे नाल जनतक तौर दे उत्ते सांझियां कीतियां ने। और फिर तुहाडे वल्लों किस किस पद्धर ते किस लैवल ते किस तरह दीयां कथितबाजियां मैं तो कहांगी पर इस नूं हुण दी भाषा दे विच करप्शन किया जांदा है। वो किवें जिहड़ियां लूंबड़ चालां ने वो खैराती संस्था दे जड़ां च बैठियां हुईयां ने। हैरानी मेरे लिए उस दिन भी बहुत ज़्यादा हुई जो पुराने साबका जिहड़े एम्पलाइज़ ने उन्होंने भी दस्सिया कि आह कुछ ही हुंदा है। देखो करप्शन ये हद देखो कि किकबैक ले जा रहे हैं। पिक्स के वालों दिते हुए कॉन्ट्रैक्ट आउट ने उन्हां दे विचों अपना हिस्सा पत्ती वापस लिया जा रहा है और इस नूं आम मन लिया गया। आम मन लिया गया। इत्थे एक याद करा दें कुछ रियल्टर भी यही कुछ करते हैं कि हाँ जी तुसी काम नूं ना गलत करन दे विच तां मैं झंडी है कुछ लोगों की। तुसीं साडे घर विच हाँ जी साडे अपनी कमीशन दे विचों सानूं किन्ने पैसे वापस करोगे। ये भी पिरतां जिहड़ियां ने आ कुछ पाइयां होईयां ने। कंप्रोमाइज्ड सर्विस नूं करन दी मंशा इस हद तक हावी ते भारी है कि अपनी काबलियत के उत्ते भरोसा है नहीं। तुसी अपनी काबलियत ते भरोसा करते हुए अगर तुसी सर्विसेज दिंदे हो और सही सर्विस ते सलाह दिंदे हो तो तुहानूं किसी की जरूरत की है कि कोई पुछ जावे।
ਇਹੀ ਹਾਲ ਪਿਕਸ ਦੇ ਵਿੱਚ ਆ। ਮੈਂ ਰਾਣਾ ਡਰਾਈਵਿੰਗ ਸਕੂਲ ਹੈ ਤਾਂ ਜੀ, ਇਹ ਕਲਾਸਾਂ ਨੇ ਜੀ ਤਾਂ ਜੀ, ਆ ਜੀ ਫੈਸਿਲਿਟੀ ਬਣ ਰਹੀ ਹੈ, ਅਤੇ ਤਾਂ ਉਹ ਫੈਸਿਲਿਟੀ ਬਣਾਉਣ ਦੇ ਲਈ ਜਿੰਨੇ ਵੀ ਕੰਟਰੈਕਟਰ ਨੇ ਉਹਨਾਂ ਤੋਂ ਕਿੱਕਬੈਕ ਕਿਸ ਤਰੀਕੇ ਨਾਲ ਕਿਸ ਰੂਪ 'ਚ ਲਿਆ ਜਾ ਰਿਹਾ। ਹੱਦ ਟੁੱਟ ਗਈ, ਹੱਦ ਟੁੱਟ ਗਈ। ਜਦੋਂ ਫਾਰਮੇਸੀਆਂ ਵਾਲੀ ਗੱਲ ਮੇਰੇ ਸਾਹਮਣੇ ਆਈ, ਮੈਂ ਬੋਲੇ, ਕਹਿੰਦੇ ਨੇ ਬੰਦਾ ਨਾ ਜਿੱਥੇ ਮਰਜ਼ੀ ਪਹੁੰਚਾ ਦਿਓ, ਜੇ ਨੀਤ ਮਾੜੀ ਹੈ ਨਾ ਉਹਦਾ ਕੋਈ ਇਲਾਜ ਨਹੀਂ ਹੈ। ਕਿਆ ਹੀ ਆਹੀ ਫਾਰਮੇਸੀਆਂ ਨੇ ਜਿਹੜੀਆਂ ਇੱਥੋਂ ਤੁਸੀਂ ਦਵਾਈਆਂ ਮੰਗਾ ਜਾ ਸਕਦੀਆਂ ਨੇ, ਹੋਰ ਕਿਸੇ ਦੀ ਦਵਾਈ ਨਹੀਂ ਆ ਸਕਦੀ। ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਫਾਰਮੇਸੀਜ਼ ਨੇ ਉਹ ਪੂਰੇ ਇੱਕ ਹੀ ਕਾਇਦੇ ਕਾਨੂੰਨ ਦੀ ਪਾਲਣਾ ਦੇ ਅੰਤਰਗਤ ਨੇ। ਇਹ ਕੋਈ ਐਂ ਤਾਂ ਹੈ ਨਹੀਂ ਵੀ ਫਲਾਣੇ ਚੌਂਕ ਦੇ ਉੱਤੇ ਅਲੱਗ ਫਾਰਮੇਸੀ ਖੁੱਲ੍ਹ ਗਈ, ਜਿਹਦਾ ਮਰਜ਼ੀ ਦਵਾਈਆਂ ਦੀ ਦੁਕਾਨ ਪਾ ਲਈ। ਸ਼ਰਮਨਾਕ ਘਟਨਾ ਉਦੋਂ ਵਾਪਰੀ ਜਦੋਂ 80 ਸਾਲਾਂ ਦੀ ਬਜ਼ੁਰਗ ਨੇ ਸਾਡੇ ਤੱਕ ਪਹੁੰਚ ਕੀਤੀ ਔਰ ਉਸਨੇ ਦੱਸਿਆ ਕਿ ਮੇਰੇ ਨਾਲ ਆਹ ਹੁੰਦਾ ਹੈ, ਮੈਂ ਡੋਨੇਸ਼ਨ ਦਿੱਤੀ ਆ $1000 ਦੀ, ਉਹ ਡੋਨੇਸ਼ਨ ਕਿਸ ਦੇ ਪਰਸਨਲ ਅਕਾਊਂਟ ਦੇ ਵਿੱਚ ਗਈ ਹੈ, ਮੈਨੂੰ ਨਹੀਂ ਪਤਾ ਉਹ ਕੌਣ ਬੰਦਾ ਹੈ, ਮੈਂ ਕਹਿੰਦੀ ਹਾਂ ਮੇਰੇ ਪੈਸੇ ਵਾਪਸ ਕਰੋ, ਮੇਰੇ ਪੈਸੇ ਵਾਪਸ ਨਹੀਂ ਕਰ ਰਹੇ। ਮੇਰੀ ਹਾਲਤ ਆ ਹੈ ਕਿ ਮੈਨੂੰ ਹਰ ਬਹਾਨਾ ਦਿੱਤਾ, ਕਦੇ ਮੈਨੂੰ ਨਕਲੀ ਰਸੀਦ ਲੱਗਦਾ, ਮੈਨੂੰ ਜਿਹੜੀਆਂ ਰਸੀਦਾਂ ਦਿੱਤੀਆਂ ਮੈਨੂੰ ਲੱਗਦਾ ਜਿਵੇਂ ਨਕਲੀ ਹੁੰਦੀ ਹੈ। ਜਦੋਂ ਮੈਂ ਦੀ ਫੇਰ ਮੰਗ ਕਰਦੀ ਹਾਂ, ਫਿਰ ਇੱਕ ਕੁੜੀ ਆਈ ਉਸ ਨੂੰ ਸਤਾਵਨਾ ਦੇਣ ਦੀ ਲਈ, ਕਹਿੰਦੇ ਫਿਰ ਵੀ ਮੈਨੂੰ ਸੰਤੁਸ਼ਟੀ ਨਹੀਂ ਹੋਈ, ਤਾਂ ਮੇਰੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਇੱਥੋਂ ਤੱਕ ਉਹਨੇ ਦੱਸਿਆ ਕਿ ਬੋਰਡ ਦੇ ਚੇਅਰ ਤੋਚੀ ਸੰਧੂ ਹੋਰਾਂ ਨਾਲ ਵੀ ਉਹਨਾਂ ਦੀ ਗੱਲ ਹੋਈ, ਉਹਨਾਂ ਨੇ ਵੀ ਕਹਿੰਦੇ ਮੈਨੂੰ ਭਰੋਸਾ ਹੀ ਦਿਵਾਇਆ ਕਿ ਨਹੀਂ ਜੀ ਤੁਹਾਡੇ ਜਿਹੜੇ ਦਿੱਤੇ ਹੋਏ ਧਨ ਰਾਸ਼ੀ ਹੈ ਉਹ ਪਿਕਸ ਦੇ ਵਿੱਚ ਹੁਣ ਜਾ ਚੁੱਕੀ ਹੈ, ਜਦੋਂ ਕਿ ਮੰਗ ਕਰ ਰਹੀ ਹੈ ਗਿਵ ਮਾਈ ਮਨੀ ਬੈਕ। ਕਿਉਂਕਿ ਇੰਨੇ ਜ਼ਿਆਦਾ ਲੰਮੇ ਸਮੇਂ ਤੱਕ ਤੁਹਾਨੂੰ ਕੋਈ ਵੀ ਆਸ਼ਾ ਨਾ ਟਾਲੇ ਲਾਈ ਜਾਵੇ, ਵਜ਼ਾਹਤਾਂ ਦੇਈ ਜਾਵੇ ਔਰ ਤੁਸੀਂ ਉਹਦੇ ਨਾਲ ਸੰਤੁਸ਼ਟ ਨਾ ਹੋਵੋ, ਤਾਂ ਪਹਿਲਾ ਫਰਜ਼ ਬਣਦਾ ਹੈ the money should be returned। ਇਹ ਕਿਹੜੀ ਇੰਨੀ ਬਹੁਤ ਜ਼ਿਆਦਾ ਵੱਡੀ ਮੁਸ਼ਕਲ ਗੱਲ ਹੈ ਜਿਹਨੂੰ ਕੋਈ ਸਮਝ ਨਹੀਂ ਸਕਦਾ, ਪਰ ਉਹ ਤਾਂ ਹੁੰਦਾ ਜੇ ਮਨਸ਼ਾ ਹੋਵੇ। ਜਦੋਂ ਕਿਸੇ ਵਿਅਕਤੀ ਦੇ ਜ਼ਿਹਨ ਦੇ ਵਿੱਚ ਇਹ ਹੋਵੇ ਵੀ ਹਾਂ ਆਈ ਕੈਨ ਗੈਟ ਅਵੇ ਵਿਦ ਇਟ, ਦੇ ਡੂ ਦੈਟ। ਮੈਨੂੰ ਪੁੱਛਣ ਵਾਲਾ ਕੌਣ ਹੈ, ਦੇ ਡੂ ਦੈਟ। ਕਿਸੇ ਦੀ ਜ਼ਰੂਰਤ ਕਿਵੇਂ ਪਈ ਮੈਨੂੰ ਪੁੱਛਣ ਦੀ, ਕੀ ਆ, ਫਿਰ ਅਸੀਂ ਝੱਗਾ ਚੱਕ ਦਾਂਗੇ। ਇਹ ਜਿਹੜੀਆਂ ਧਾਰਨਾਵਾਂ ਨੇ, ਇਸ ਤਰ੍ਹਾਂ ਦੀਆਂ ਮਨਸ਼ਾਵਾਂ ਅਤੇ ਧਾਰਨਾਵਾਂ ਰੱਖਣ ਵਾਲੇ ਲੋਕਾਂ ਨੂੰ ਕਦੇ ਵੀ ਪਬਲਿਕ ਸਰਵਿਸ ਦੇ ਨੇੜਿਓਂ ਦੀ ਨਹੀਂ ਲੰਘਣਾ ਚਾਹੀਦਾ, ਔਰ ਆਮ ਪਬਲਿਕ ਨੂੰ ਇਹੋ ਜਿਹੇ ਲੋਕਾਂ ਨੂੰ ਪਬਲਿਕ ਸੈਕਟਰ ਦੇ ਵਿੱਚੋਂ ਮਨਫੀ ਰੱਖਣਾ ਚਾਹੀਦਾ, ਚਾਹੇ ਪੋਲੀਟਿਕਸ ਹੋਵੇ, ਖਰਾਤੀ ਸੰਸਥਾਵਾਂ ਹੋਣ, ਜਾਂ ਫਿਰ ਧਾਰਮਿਕ ਜਿਹੜੀਆਂ ਸੰਸਥਾਵਾਂ ਨੇ ਉਹ ਹੋਣ, ਜਿਹੜੀਆਂ ਕਿ ਖਰਾਤੀ ਸੰਸਥਾਵਾਂ ਦੇ ਅੰਤਰਗਤ ਹੀ ਸਰਕਾਰਾਂ ਦੇ ਨਾਲ ਰਜਿਸਟਰਡ ਨੇ। ਕਿਉਂਕਿ ਇਹ ਸਾਰੇ ਅੱਡਿਆਂ ਦੇ ਵਿੱਚ ਵੀ ਅਗਰ ਇਸ ਤਰ੍ਹਾਂ ਦੀ ਕਰਪਸ਼ਨ ਹੈ ਜਿਹੜੀ ਉਹ ਘਰ ਕਰਦੀ ਆ, ਤਾਂ ਬਸ ਫਿਰ ਹੋਰ ਕੁਝ ਕਰਨ ਦੀ ਲੋੜ ਨਹੀਂ। ਇਹਦਾ ਮਤਲਬ ਅਸੀਂ ਆਪਣੇ ਆਪ ਆਪਣੇ ਆਸ-ਪਾਸ ਦਾ ਜਿਹੜਾ ਨਰਕ ਹੈ ਉਹ ਸਿਰਜ ਰਹੇ ਹਾਂ। ਯਾਦ ਰਹੇ ਆਮ ਪਬਲਿਕ ਦੇ ਲਈ ਇਹ ਸੰਕੇਤ ਹੀ ਨਹੀਂ, ਬਲਕਿ ਇੱਕ ਤਰੀਕੇ ਨਾਲ ਸਿਰ 'ਚ ਹਥੌੜਾ ਮਾਰਨ ਵਾਲੀ ਵੀ ਗੱਲ ਹੈ ਕਿ ਅਗਰ ਚੰਗੀ ਤਰ੍ਹਾਂ ਘੂਕ ਦੀ ਨੀਂਦ ਸੌਂ ਜਾਵੋ ਤਾਂ ਤੁਹਾਡੇ ਘਰ ਦੇ ਵਿੱਚ ਵੀ ਚੋਰੀ ਹੋ ਜਾਂਦੀ ਹੈ, ਔਰ ਉਹਦੇ ਲਈ ਜ਼ਿੰਮੇਵਾਰ ਤੁਸੀਂ ਖੁਦ ਹੁੰਦੇ ਹੋ। ਇਹ ਗੱਲ ਵੱਖਰੀ ਹੈ, ਤੁਸੀਂ ਚੋਰ ਨੂੰ ਕਹਿੰਦੇ ਰਹਿੰਦੇ ਹੋ, ਚੋਰ ਨੇ ਤਾਂ ਆਪਣਾ ਗਲਤ ਕੰਮ ਕਰਨਾ ਸੀ। ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਹ ਹਰ ਵਕਤ ਆਸ਼ਾਨਾ ਨਿਸ਼ਾਨਾ ਭਾਲਦੇ ਰਹਿੰਦੇ ਨੇ ਵੀ ਕਿੱਥੇ ਬੈਠ ਕੇ ਅਸੀਂ ਮੁਫਤ ਦੀਆਂ ਖਾਈਏ ਤੇ अपना मन परचाइए। बिल्कुल पिक्स के जो करप्शन है जिसके बारे में हम बातचीत कर रहे हैं, सबसे पहला जो आप लोगों को बताया है कि जस्ट लाइक दीदी हैज सेड कि जो सीनियर्स डोनेशन एक रेडियोथॉन के दरमियान गुरु नानक डाइवर्सिटी विलेज के लिए डोनेशंस इकट्ठे किए गए थे और गुरु नानक के नाम सुनकर बहुत सारे हमारे बुज़ुर्ग जो है सीनियर्स है जो जिन्होंने डोनेशंस दी थी। और डोनेशंस में हमारे एक 85 ईयर ओल्ड सीनियर थी जिन्होंने $1000 डोनेशन दी थी अपने क्रेडिट कार्ड से, और जब उनको क्रेडिट कार्ड का बिल आया तो उसमें कंवल कुम्मन का नाम लिखा हुआ था। तो उनको परेशानी हो गई कि मैंने तो किसी कंवल कुम्मन को कोई डोनेशन नहीं दी या कोई पैसे नहीं दी, तो ये नाम किसका है। जब छानबीन की तो ये पिक्स वालों का हेड ऑफ फाइनेंस है कंवल कुम्मन जिन्होंने ये डोनेशंस ली थी। अब अपने डिफेंस पे ये कह दो कि मशीन काम नहीं कर रही थी या मशीन की कोई प्रॉब्लम सी,
एवरीबडी नोज अगर मशीन का प्रॉब्लम है तो वो आकर उसको ठीक करते हैं, उसे चेंज करते हैं। और पिक्स का अगर मशीन का कोई मसला था तो वो इंतज़ार कर लेते फ्यू आवर्स, देन टेक द मनी आउट। पर ये कंवल कुम्मन के अकाउंट में कैसे चला गया, दिस इज़ समथिंग वेरी इंटरेस्टिंग। और आप और मैं बच्चे नहीं है कि हमें पता ना चले कि कैसे चला गया। और जो कंवल कुम्मन है वो सतबीर चीमा के बुआ जी का बेटा है। सो ही इज़ हिज नेफ्यू, भतीजा है। सो ये लफड़े जो है इसके बारे में बिल्कुल ट्रांसपेरेंसी चाहिए हमें। वी नीड टू नो व्हाट एक्चुअली हैपेंड हियर। इसके अलावा इनसे पूछो कि सरकार के जो तुम्हें प्रोग्राम्स के लिए पैसे दिया जाता है, ड्राइविंग स्कूल वाले, वो प्रोग्राम्स के लिए ये पैसे कैसे किस तरह से इस्तेमाल किया जाता है, कौन किकबैक लेता है। असिस्टेड लिविंग फैसिलिटी में फार्मेसी का जो चक्कर है वो क्या है, क्या हमारे बुजुर्ग वहां पर रहते हैं फ्री में, पैसे देते हैं, दे पे मनी। और पिक्स वालों को क्या हक है कि उन्हें बताए कि दवाइयां कहां से लेनी है। इसके अलावा जो हमारे बुजुर्गों ने कंप्लेन की है कि खाना पहुंचाने के लिए $3 पैसे लिया जाता है, किस तरह से उनके साथ बर्ताव किया जाता है, ये सारी बातें आप लोगों को पूछना चाहिए, सवाल करना चाहिए। ये पूछो कि सीईओ, बोर्ड ऑफ डायरेक्टर्स के कौन कौन रिश्तेदार पिक्स में काम करते हैं, प्रोग्राम डायरेक्टर्स के कौन से रिश्तेदार पिक्स के अंदर काम करते हैं, रिश्तेदारी क्या है, क्या रिलेशन से आप लोग एक दूसरे को जॉब्स दिए हुए हैं पिक्स के अंदर। ये सारी बातें पूछने वाली है, ये सवाल उठाना जरूरी है। इसके साथ साथ गुरु नानक डाइवर्सिटी विलेज के लिए जो प्रोजेक्ट के लिए कंसल्टेंट हायर किया गया है, क्या उस कंसल्टेंट को पता भी है काम का, उस कंसल्टेंट को आज तक कितने पैसे चले गए, हाउ मच मनी डिड ही रिसीव, और क्या वो क्वालिफाइड है इस पैसे को रिसीव करने के लिए, और इस कंसल्टेंट के अकाउंट से क्या कोई किकबैक पैसे जाते हैं पिक्स के किसी भी कर्ता धर्ता को। ये सवाल सारे पूछने वाले हैं। और इनसे पूछो कि इस तरह की हरकतें पिक्स के अंदर क्यों हो रहा है और ये पैसे जाते कहाँ है, किसके तरफ जा रहे हैं। इनसे ये भी सवाल करो कि पिक्स के अंदर शराब कैसे छलकती है, पिक्स वाले गाला नाइट्स के टिकट्स कैसे पे करते हैं, डू दे पे इट फ्रॉम पिक्स फंड्स, और अगर है तो इतने गाला नाइट्स में जाने वाले लोग क्यों है पिक्स के तरफ से। वहां पर ओपन बार भी होते हैं, कौन हम लोग टैक्स पेयर्स डॉलर्स इनको देते, जाओ ऐश करो। ये सारी बातें पूछने वाले हैं। दीज आर द क्वेश्चंस दे हैव टू बी आंसर्ड। ये सवाल पूछो जाकर एजीएम में सितंबर 10 तारीख को, इसी इतवार को 1 बजे हम लोग वहां होंगे। जरूर आओ, आकर सवाल पूछो, क्योंकि सवाल पूछना जरूरी है। वी हैव टू गेट दिस आंसर्स, क्योंकि हमारे बीसी सरकार तो शायद बिल्कुल उनको सुनाई नहीं दे रही है, बिल्कुल उनको सुनाई नहीं दे रही है बीसी सरकार को कि पिक्स के अंदर क्या हो रहा है। इसी तरह से अटायरा वाला भी सिचुएशन हुआ था, सरकार को नहीं सुनाई दी गई थी। व्हेन इट वाज डैमेज्ड वेरी सीरियसली, तब जाके सरकार को इसके बारे में पता चला। सो बीसी सरकार से कोई उम्मीद नहीं है कि वो लोग कोई एक्शन इस वक्त लेंगे, क्योंकि पिक्स के अंदर एक एम्प्लॉय है जो बीसी सरकार के मिनिस्टर की वाइफ है। जिस तरह से हम लोगों को पता चला था एसआरओ के अंदर क्या हुआ था, इसी तरह से बीसी गवर्नमेंट के एक मिनिस्टर की बीवी पिक्स में काम करती है। तो ये खुलासा बीसी सरकार की तरफ से कभी नहीं होगा। इसीलिए वी हैव टू टेक दैट स्टैंड एंड आस्क दिस क्वेश्चंस, क्योंकि बीसी सरकार काला चश्मा लगा के बैठे हुए हैं, उनको नजर नहीं आएगी। और जो मिनिस्टर्स को या जो एमएलएस को नजर आ रहे हैं उनको बैठा दिया जाता है चुप करके।
सो दिस इज द टाइम AGM सितंबर 10 तारीख 1 बजे 12075 एवेन्यू में पहुंचकर आवाज उठाओ, पूछो कि क्या हो रहा है पिक्स के अंदर। वापस आते हैं दोस्तों कुछ व्यापारिक संदेशों के बाद। खक्का खक्का गगा खक्का कर पापा ਆਪਾਂ ਘਰ ਕਦੋਂ ਲਵਾਂਗੇ? ਇਹਨਾਂ ਨੇ ਘਰ ਕਿੱਥੇ ਲੈ ਕੇ ਦੇਣਾ ਹੈ? ਉਹ ਪੁੱਤਰਾ ਹੁਣ ਗੱਲ ਬਣ ਗਈ। ਮੈਂ ਪਲੈਨਟ ਗਰੁੱਪ ਰਿਐਲਿਟੀ ਦੇ ਮਨਦੀਪ ਸਿੰਘ ਢੁੱਡੀਕੇ ਨਾਲ ਗੱਲ ਕਰ ਲਈ ਹੈ। ਵਧੀਆ ਡੀਲ ਲੈ ਕੇ ਦੇਣਗੇ। ਕੰਸਟਰਕਸ਼ਨ ਅਤੇ ਰੈਨੋਵੇਸ਼ਨ ਦੀ ਸਿਰਦਰਦੀ ਤੋਂ ਵੀ ਬਚਾਂਗੇ। ਇਹਨਾਂ ਦੇ ਕੋਲ ਕੰਸਟਰਕਸ਼ਨ ਦਾ 15 ਸਾਲ ਦਾ ਤਜਰਬਾ ਹੈ। ਇਹਨਾਂ ਪਾਸ ਲੈਂਗਲੀ ਦੇ ਵਿੱਚ 1600 ਤੋਂ ਲੈ ਕੇ 2100 ਸਕੁਅਰ ਫੁੱਟ ਬਣੇ ਟਾਊਨ ਹੋਮ ਵੀਲ ਚੇਅਰ ਐਕਸੈਸਿਬਲ ਹਨ। ਚਾਹੇ ਤੁਸੀਂ ਐਲੀਵੇਟਰ ਵੀ ਲਗਵਾ ਸਕਦੇ ਹੋ। ਫਰਸਟ ਟਾਈਮ ਹੋਮ ਖਰੀਦਣਾ ਚਾਹੁੰਦੇ ਹੋ, ਅੱਜ ਹੀ ਗੱਲਬਾਤ ਕਰੋ। ਰੀਅਲ ਸਟੇਟ ਦੇ ਵਿੱਚ ਬੈਸਟ ਡੀਲ ਲੈਣ ਵਾਸਤੇ ਮਨਦੀਪ ਸਿੰਘ ਢੁੱਡੀਕੇ 6047168570 604 716 8570। ਹਾਊਸ ਵਾਰਮਿੰਗ ਪਾਰਟੀ ਤੇ ਸਾਰਿਆਂ ਦੇ ਨਿਗਾਹ ਘਰ ਦੇ ਬਲਾਈਂਡਸ ਵਾਲੀ ਸੀ। ਇਹਨਾਂ ਨੂੰ ਕੀ ਪਤਾ ਇਹ ਘਰ ਦੀ ਸਜਾਵਟ ਗ੍ਰੇਟ ਬਲਾਈਂਡਸ ਦਾ ਕਮਾਲ ਹੈ। ਗ੍ਰੇਟ ਬਲਾਈਂਡਸ ਦੇ ਮਾਡਰਨ ਡਿਜ਼ਾਈਨ ਦੀ ਬਹੁਤ ਜ਼ਿਆਦਾ ਵੱਡੀ ਸਿਲੈਕਸ਼ਨ ਦੇਖਣ ਤੇ ਖਰੀਦਣ ਦੇ ਲਈ ਇਕਲੌਤੇ ਸ਼ੋਰੂਮ ਦਾ ਪਤਾ ਹੈ ਯੂਰ ਨੰਬਰ 14 13478 78th ਐਵਨਿਊ 6045037007 ਤੇ ਕਰੋ ਕਾਲ। ਗ੍ਰੇਟ ਬਲਾਈਂਡਸ ਦੇ ਅਮਰੀਕਾ ਵਾਲੇ ਸ਼ੋਰੂਮ ਦਾ ਪਤਾ 3705 ਅਵਰਨ ਵੇ ਅਵਰਨ ਵਾਸ਼ਿੰਗਟਨ 2533217007 ਜਾਂ greatblindscanada.com ਤੇ ਕਰੋ ਵਿਜ਼ਿਟ। ਘਰ ਜਿੱਥੇ ਮਰਜ਼ੀ ਲੋ ਪਰਦਾ ਗ੍ਰੇਟ ਬਲਾਈਂਡਸ ਤੋਂ ਹੀ ਲਵਾਓ। ਮੀਟ ਦੀ ਵੈਰਾਈਟੀ ਹੋ ਸਕਦੀ ਹੈ, ਪਰ ਇੱਕ ਥਾਂ ਤੇ ਜਾਣਾ ਕੱਚਾ ਮੀਟ ਸ਼ਾਪ ਤੇ, ਜਿੱਥੋਂ ਕਿ ਫਰੈਸ਼ ਤੇ ਮੈਰੀਨੇਟਡ ਮੀਟ ਦੀ ਵੱਡੀ ਵੈਰਾਈਟੀ ਤੁਸੀਂ ਲੈ ਸਕਦੇ ਹੋ। ਵੈਜੀਟੇਰੀਅਨਸ ਲਈ ਵੈਜੀ ਪਨੀਰ ਟਿੱਕਾ ਤੇ ਹੋਰ ਵੀ ਬੜੀਆਂ ਆਈਟਮਸ ਨੇ। ਕੱਚਾ ਮੀਟ ਸ਼ਾਪ ਦੀਆਂ 18 ਲੋਕੇਸ਼ਨਸ ਤੇ ਜਾਓ। ਪਾਰਟੀ ਤੁਹਾਡੀ ਆਪਣੇ ਘਰ ਦੇ ਵਿੱਚ ਹੈ ਜਾਂ ਫਿਰ ਵੀਕਐਂਡ ਪਾਰਟੀ ਹੈ, ਇਕੱਠ ਹੈ, ਹਰ ਤਰ੍ਹਾਂ ਦਾ ਮੀਟ ਖਰੀਦਣਾ ਜਾਓ 18 ਲੋਕੇਸ਼ਨਸ ਦੇ ਵਿੱਚ। ਔਰ ਨੇੜੇ ਦੀ ਲੋਕੇਸ਼ਨ ਦਾ ਪਤਾ ਜਾਣਨ ਦੇ ਲਈ ਕੱਚਾ ਮੀਟ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ। ਕੱਚਾ ਮੀਟ ਸ਼ਾਪ ਭਰੋਸੇਯੋਗ ਸੇਵਾਵਾਂ ਲਈ ਆਪਣੀ ਕਮਿਊਨਿਟੀ ਦੀ ਆਪਣੀ ਫਾਰਮੇਸੀ ਫੈਮਿਲੀ ਕੇਅਰ ਫਾਰਮੇਸੀ। ਇੱਥੋਂ ਤੁਸੀਂ ਦਵਾਈਆਂ, ਵਿਟਾਮਿਨ, ਸਪਲੀਮੈਂਟ, ਹਰਬਲ ਮੈਡੀਸਨ, ਵਾਕਰ, ਵੀਲਚੇਅਰ, ਬ੍ਰੈਸਟ ਪੰਪ ਦੇ ਨਾਲ ਮੈਕਸਿਮਮ ਕਵਰੇਜ ਹੀ ਨਹੀਂ ਬਲਕਿ ਫ੍ਰੀ ਡਿਲੀਵਰੀ ਤੇ ਬਲਿਸਟਰ ਪੈਕ ਵੀ ਦਿੰਦੇ ਨੇ। ਤੁਹਾਡੇ ਪਰਿਵਾਰ ਦੀਆਂ ਸਾਰੀਆਂ ਦਵਾਈਆਂ ਨਾਲ ਸੰਬੰਧਿਤ ਜ਼ਰੂਰਤਾਂ ਪੂਰੀਆਂ ਕਰਦੇ ਨੇ। ਸਵੇਰੇ 7 ਵਜੇ ਤੋਂ ਸ਼ਾਮ ਦੇ 8 ਵਜੇ ਤੱਕ ਆਪਣੀਆਂ ਤਿੰਨੋਂ ਲੋਕੇਸ਼ਨ ਤੇ 8925 ਸਕਾਟ ਰੋਡ ਡੈਲਟਾ 6045990211 128 ਸਟਰੀਟ ਐਂਡ 96 ਐਵਨਿਊ 6045811900 1539 ਜੌਨਸਨ ਰੋਡ ਵਾਈਟ ਰੌਕ। ਫੈਮਿਲੀ ਕੇਅਰ ਫਾਰਮੇਸੀ। ਸ਼ੁਕਰ ਹੈ ਡਾਇਰੈਕਟ ਫਰਨੀਚਰ ਨਵੀਂ ਥਾਂ ਤੇ ਖੁੱਲ ਗਿਆ। ਹੁਣ ਤਾਂ ਪੂਰੇ ਘਰ ਦਾ ਫਰਨੀਚਰ ਮੈਂ ਡਾਇਰੈਕਟ ਫਰਨੀਚਰ ਤੋਂ ਲੈ ਕੇ ਆਉਣੀ ਆ। ਲੈ ਗੋਲੀ ਕਿਹਦੀ ਤੇ ਗਹਿਣੇ ਕਿਹਦੇ। ਤੁਸੀਂ ਵੀ ਹੋ ਜਾਓ ਚਿੰਤਾ ਮੁਕਤ, ਕਿਉਂਕਿ ਤੁਹਾਡਾ ਮਨਪਸੰਦ ਡਾਇਰੈਕਟ ਫਰਨੀਚਰ ਹੁਣ ਸਰੀ ਦੇ ਗੜ੍ਹ 12743 80th ਐਵਨਿਊ ਨਵੀਂ ਥਾਂ ਤੇ ਖੁੱਲ ਚੁੱਕਾ ਹੈ। ਡਾਇਰੈਕਟ ਫਰਨੀਚਰ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਮਿਸਟਰ ਔਰ ਮਿਸਿਸ ਸੂਰੀ ਨੂੰ ਕਰੋ ਕਾਲ 6045725553। ਡਾਇਰੈਕਟ ਫਰਨੀਚਰ। ਰੋਜ਼ਾਨਾ ਖਬਰਾਂ ਵਿੱਚ ਅਸੌਲਟ, ਸੈਕਸ਼ੂਅਲ ਅਸੌਲਟ, ਥੈਫਟ, ਡਰਾਈਵਿੰਗ ਆਫੈਂਸਸ ਤੇ ਹੋਰ ਬੜੇ ਕ੍ਰਿਮੀਨਲ ਐਕਟੀਵਿਟੀਜ਼ ਬਾਰੇ ਸੁਣਦੇ ਹਾਂ। ਕਈ ਵਾਰੀ ਗਊਮਾਰ ਹੋ ਜਾਂਦੀ ਹੈ। ਚਾਲਬਾਜ਼ ਲੋਕ ਸਾਊ ਬੰਦੇ ਨੂੰ ਫਸਾ ਦਿੰਦੇ ਨੇ ਤੇ ਨਾਲੇ ਕ੍ਰਿਮੀਨਲ ਚਾਰजेस ਲਗਵਾ ਦਿੰਦੇ ਨੇ। ਅਗਰ ਤੁਸੀਂ ਵੀ ਕ੍ਰਿਮੀਨਲ ਚਾਰजेस ਦਾ ਸਾਹਮਣਾ ਕਰ ਰਹੇ ਹੋ ਤਾਂ ਨੌਜਵਾਨ ਵਕੀਲ ਜੋ 4 ਪ੍ਰੋਵਿੰਸ BC, ਅਲਬਰਟਾ, ਮੈਨੀਟੋਬਾ, ਓਨਟਾਰੀਓ ਵਿੱਚ ਗੁੰਝਲਦਾਰ ਕੇਸਸ ਜਿੱਤੇ ਹਨ, ਕ੍ਰਿਮੀਨਲ ਲਾਇਰ ਗਗਨ ਨਾਹਲ। ਅੱਜ ਹੀ ਕਰੋ ਕਾਲ ਕ੍ਰਿਮੀਨਲ ਕੇਸ ਜਿੱਤਣ ਦੇ ਵਿੱਚ ਮਾਹਰ ਵਕੀਲ ਗਗਨ ਨਾਹਲ ਨੂੰ 604 527 4769 6625 152 A ਸਟਰੀਟ ਸਰੀ। For all criminal charges, call Gagan Nahal 604-527-4769. ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਵਿੱਚ ਅੱਜ ਖਾਸ ਤੌਰ ਦੇ ਉੱਤੇ ਤੁਹਾਡੇ ਨਾਲ ਅਸੀਂ ਸਾਂਝ ਪਾ ਰਹੇ ਹਾਂ ਕਿ ਕਿਹੜੇ ਸਵਾਲ ਨੇ ਜਿਹੜੇ ਤੁਸੀਂ AGM ਦੇ ਉੱਤੇ ਜਾ ਕੇ ਪੁੱਛੋ। ਨਿਰਸੰਦੇਹ ਪਲੇਟਫਾਰਮ ਤੋਂ ਅਸੀਂ ਨਿਰੰਤਰ ਇਹ ਸਵਾਲਾਂ ਦੇ ਜਵਾਬ ਮੰਗ ਰਹੇ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਜਾਗਰੂਕ ਹੋ ਕੇ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਨੇ ਉਹ ਮੰਗੋ। ਆਸ਼ਾ ਉਹਨਾਂ ਨੇ ਗੱਲ ਸੂਬਾ ਸਰਕਾਰ ਦੀ ਕੀਤੀ ਸੀ। ਸੂਬਾ ਸਰਕਾਰ ਤੱਕ ਅਸੀਂ ਆਪਣੀ ਜਿਹੜੀ ਮੰਗ ਹੈ ਉਹ ਵਕਤ ਪਹੁੰਚਾਈ ਹੈ। ਜਵਾਬ ਜੀ ਆਡਿਟ ਹੋ ਰਿਹਾ ਹੈ। ਆਡਿਟ ਕਿਹੜਾ ਹੋ ਰਿਹਾ ਹੈ? KPMG ਜਿਹੜੀ ਆ ਉਹ ਆਡਿਟ ਕਰ ਰਹੀ ਹੈ। ਅਰੇ ਆਡਿਟ ਕੌਣ ਕਰਵਾ ਰਿਹਾ ਹੈ? ਪਿਕਸ ਵਾਲੇ ਕਰਵਾ ਰਹੇ ਆ। ਤੁਸੀਂ ਆਪਣੇ ਆਪ ਸੋਚੋ, ਤੁਹਾਡਾ ਵਕੀਲ ਜਿਸ ਨੂੰ ਤੁਸੀਂ ਤਨਖਾਹ ਦਿੰਦੇ ਹੋ ਤੁਹਾਡੇ ਮੁਤਾਬਕ ਹੀ ਸਾਰਾ ਕੁਝ ਪੇਸ਼ ਕਰੇਗਾ, ਕਿਉਂਕਿ ਤੁਹਾਡਾ ਵਕੀਲ ਹੈ।
ਔਰ ਆਡਿਟ ਇਸ ਉਸੇ ਤਰੀਕੇ ਦਾ ਆਡਿਟ ਰਿਹਾ ਜਿਹੜਾ ਕਿ ਜੋ ਅਸੀਂ ਦਿਖਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਅਸੀਂ ਦਿਖਾਉਣਾ ਚਾਹੁੰਦੇ ਹਾਂ, ਉਹੀ ਦਿਖਾਇਆ ਗਿਆ। ਔਨ ਟਾਪ ਆਫ ਦੈਟ, ਜਿਉਂ ਹੀ ਸਾਡੇ ਪਾਸੇ ਜਾਣਕਾਰੀ ਸਾਹਮਣੇ ਆਈ ਸੀ, ਤੁਹਾਨੂੰ ਯਾਦ ਹੋਏਗਾ ਮੀਡੀਆ ਵੇਜ਼ ਦੇ ਪਲੇਟਫਾਰਮ ਤੋਂ ਅਸੀਂ ਤੁਹਾਨੂੰ ਦੱਸਿਆ ਸੀ ਕਿ ਕੁਕਿੰਗ ਦਾ ਬਕਸ ਸਰਕਾਰ ਨੂੰ ਛੇਤੀ ਕਰਨੀ ਚਾਹੀਦੀ ਹੈ, ਸਰਕਾਰ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਔਰ ਇਹ ਕਹਿੰਦੇ ਬਿਲਕੁਲ ਨਹੀਂ ਝਿਜਕਾਂਗੇ ਕਿ ਮੌਜੂਦਾ ਸਰਕਾਰ ਹੈ ਜਿਹੜੀ ਉਹ ਦੇਖਦੀ ਹੈ ਕਿ ਦੇਖਦੇ ਆ, ਸੋਚਦੇ ਆ, ਕਰਦੇ ਆ, ਔਰ ਜਦ ਤੱਕ ਇਹਨਾਂ ਦੀਆਂ ਸੋਚਾਂ ਖਤਮ ਹੁੰਦੀਆਂ ਨੇ ਉਦੋਂ ਤੱਕ ਜਿਹੜਾ ਮਸਲਾ ਥੋੜ੍ਹੇ ਦੀ ਬਜਾਏ ਪੂਰਾ ਤਬਾਹੀ ਵਾਲਾ ਬਣ ਜਾਂਦਾ ਹੈ। ਜੇ ਹੋਰ ਉਦਾਹਰਨ ਚਾਹੀਦੀ ਆ ਤਾਂ ਅਟੀਰਾ ਦੀ ਉਦਾਹਰਨ ਤੁਹਾਡੇ ਸਾਹਮਣੇ ਹੈ। ਮੈਂ ਮੰਨਦੇ ਆ ਕਿ ਸਰਕਾਰਾਂ ਕਾਨੂੰਨੀ ਪੱਖ ਨੇ ਜਿਹੜੇ ਉਹਨਾਂ ਦੇ ਉੱਤੇ ਪੂਰਾ ਉਤਰਨਾ ਚਾਹੁੰਦੇ ਨੇ, ਆਪਣੇ ਮਾਪਦੰਡ ਦੇ ਘੇਰੇ ਦੇ ਵਿੱਚੋਂ ਦੀ ਬਾਹਰ ਨਿਕਲ ਕੇ ਉਹ ਕੰਮ ਨਹੀਂ ਕਰ ਸਕਦੀਆਂ ਕਿਉਂਕਿ ਉਹ ਇਸ ਨੂੰ ਇਹਨਾਂ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਦੀ ਕਾਰਗੁਜ਼ਾਰੀ ਦੇ ਵਿੱਚ ਦਖਲ ਅੰਦਾਜ਼ੀ ਦੇ ਤੌਰ ਤੇ ਲਿਆ ਜਾਂਦਾ ਹੈ। ਪਰ ਯਾਦ ਰਹੇ, ਜਦੋਂ ਕੋਈ ਵੀ ਸੰਸਥਾ ਕਿਸੇ ਵੀ ਮਾਸ਼ਰੇ ਘੱਟ ਗਿਣਤੀ ਦੇ ਲੋਕਾਂ ਦੇ ਆਧਾਰ ਦੇ ਉੱਤੇ ਇਸ ਤਰ੍ਹਾਂ ਦੀਆਂ ਕੁਤਾਹੀਆਂ ਕਰਦੀ ਆ, ਉੱਥੇ ਯਕਦਮ ਐਕਸ਼ਨ ਹੋਣਾ ਚਾਹੀਦਾ ਹੈ। ਕੀ ਸੂਬਾ ਸਰਕਾਰ ਦੇ ਇੱਕ ਮਿਨਿਸਟਰ ਦੀ ਪਤਨੀ ਦਾ ਜਿਹੜਾ ਇਸ ਸੰਸਥਾ ਦੇ ਵਿੱਚ ਪ੍ਰਮੁੱਖ ਨੌਕਰੀ ਦੇ ਉੱਤੇ ਹੋਣਾ ਉਹ ਵੱਡਾ ਕਾਰਨ? ਸਵਾਲ ਇਹ ਪਹਿਲਾਂ ਵੀ ਤੁਹਾਡੇ ਨਾਲ ਅਸੀਂ ਉਠਾ ਚੁੱਕੇ ਹਾਂ। ਦੂਸਰਾ, ਸੰਸਥਾ ਕਮਿਊਨਿਟੀ ਵੱਲੋਂ ਇਹ ਵੀ ਕਲੀਅਰ ਹੈ ਕਿ ਹਾਂ, ਜਿਹੜੀ ਪੈਕਸ ਹੈ ਉਸ ਦੀ ਨੇੜੇ ਦੀ ਜਿਹੜੀ ਸਾਂਝ ਹੈ ਉਹ ਹਮੇਸ਼ਾ NDP ਪਾਰਟੀ ਨਾਲ ਰਹੀ ਹੈ, ਔਰ NDP ਪਾਰਟੀ ਦੀ ਸਰਕਾਰ ਹੈ। ਆਈ ਵਾਜ਼ ਐਕਸਪੈਕਟਿੰਗ ਬੈਟਰ। ਮੌਜੂਦਾ ਸਰਕਾਰ ਤੋਂ ਮੈਂ ਇਸ ਤੋਂ ਬਿਹਤਰ ਦੀ ਉਮੀਦ ਕਰਦੀ ਸੀ। ਕਿਉਂ ਉਡੀਕ ਕੀਤੀ ਜਾਵੇ ਜਦੋਂ ਕਿ ਜਿਹੜਾ ਜ਼ਖਮ ਹੈ ਉਹ ਨਾਸੂਰ ਬਣ ਜਾਵੇ, ਫਿਰ ਹੀ ਇਹਦੀ ਸਰਜਰੀ ਕਰਾਂਗੇ? ਯਾਦ ਰਹੇ, ਇੰਨੇ ਹੀ ਸਮੇਂ ਦੇ ਵਿੱਚ ਗਲਤ ਕੰਮ ਕਰਨ ਵਾਲਿਆਂ ਨੂੰ ਹਲਾਸ਼ੇਰੀ ਮਿਲਦੀ ਹੈ। ਪਿਕਸ ਦੇ ਵਿੱਚ ਇਸ ਪ੍ਰਕਾਰ ਦੀ ਜਿਹੜੀ ਕਰਪਸ਼ਨ ਆ ਇਸ ਪੱਧਰ ਤੱਕ ਵਧਣ ਦੇ ਪਿੱਛੇ ਇਹ ਵੱਡਾ ਕਾਰਨ ਹੈ ਕਿ ਪਿਕਸ ਦਾ CEO ਹੋਵੇ ਜਾਂ ਕੁਝ ਕੁ ਡਾਇਰੈਕਟਰਸ ਹੋਣ ਜਾਂ ਬੋਰਡ ਆਫ ਡਾਇਰੈਕਟਰਸ ਹੋਣ, ਉਹ ਇਸ ਨੂੰ ਆਪਣੀ ਨਿੱਜੀ ਜਾਇਦਾਦ ਸਮਝਦੇ ਨੇ ਔਰ ਕਿਸੇ ਨੂੰ ਵੀ ਜਵਾਬਦੇਹ ਹੋਣ ਦੇ ਵਿੱਚ ਉਹ ਆਪਣੀ ਮਜਬੂਰੀ ਨਹੀਂ ਸਮਝਦੇ, ਬਲਕਿ ਕੋਈ ਵੀ ਖਿਲਾਫ ਉੱਠਣ ਵਾਲੀ ਜਿਹੜੀ ਆਵਾਜ਼ ਆ ਉਸ ਨੂੰ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਦੈਟਸ ਨਾਟ ਗੋਇੰਗ ਟੂ ਹੈਪਨ ਨਾਓ ਐਨੀਮੋਰ। ਵਰਨਾ ਕੀਤੀ ਹੋਈ ਕਰਪਸ਼ਨ ਦੇ ਉੱਤੇ ਪੁੱਛੇ ਹੋਏ ਸਵਾਲਾਂ ਦੇ ਲਈ ਵਕੀਲਾਂ ਤੇ ਪੁਲਿਸ ਵੱਲੋਂ ਧਮਕੀਆਂ ਕਿਉਂ ਆਉਣ? ਉਹ ਵਕਤ ਚਲੇ ਗਏ ਜਦੋਂ ਪੁਲਿਸ ਦਾ ਠੁੱਲਾ ਤੇ ਵਕੀਲ ਦੀ ਚਿੱਠੀ ਲੋਕਾਂ ਦੀਆਂ ਲੱਤਾਂ ਕੰਬਾ ਦਿੰਦੇ ਸੀ। ਨਾਟ ਐਨੀਮੋਰ। ਹੁਣ ਤਾਂ ਭੱਜਦਿਆਂ ਨੂੰ ਬਾਹਣ ਬਰਾਬਰ ਨੇ। ਔਰ ਪਿਕਸ ਵਾਲਿਆਂ ਨੇ ਕਿਵੇਂ ਸੋਚ ਲਿਆ ਕਿ ਉਹਨਾਂ ਦੀ ਨਿੱਜੀ ਜਾਇਦਾਦ ਹੈ? ਇਹ ਤਾਂ ਚਰਨਪਾਲ ਗਿੱਲ ਨੇ ਨਾ ਸੋਚਿਆ, ਜਿਹਨੇ ਸੰਸਥਾ ਨੂੰ ਸਾਰੀ ਜ਼ਿੰਦਗੀ ਲਾ ਦਿੱਤੀ। ਨਿਰਸੰਦੇਹ ਕਰਪਸ਼ਨ ਇੱਥੇ ਨਹੀਂ ਖਤਮ ਹੁੰਦੀ। ਆਸ਼ਾ ਨਾ ਇੱਕ ਗੱਲ ਹੋਰ, ਸੀਨੀਅਰ ਦੇ ਖਾਣੇ ਦੇ ਵਿੱਚ ਕਿਆ ਬੱਲੇ ਬੱਲੇ ਬੱਲੇ, ਬਾਹਰ ਅਸੀਂ ਲੰਗਰ ਲਾਉਨੇ ਆ। ਜਦੋਂ ਸੀਨੀਅਰ ਨੇ ਇੱਕ ਨੇ ਦੱਸਿਆ, ਕਹਿੰਦੇ ਜੀ ਜਿਹੜਾ ਸਾਨੂੰ ਖਾਣਾ ਦਿੱਤਾ ਜਾਂਦਾ ਉਹਦੇ 'ਚ ਬੋਟੀ ਨਹੀਂ ਨਜ਼ਰ ਆਉਂਦੀ, ਹੱਡੀਆਂ ਤੇ ਸ਼ਿਮਲਾ ਮਿਰਚੀ ਨਜ਼ਰ ਆਉਂਦੀ ਹੈ। ਉਸ ਤੇ ਤਫਤੀਸ਼ ਕੀਤੀ ਤਾਂ ਆਹ ਕਰਤੂਤਾਂ ਨੇ ਜਿਹੜੀਆਂ ਆਹ ਕਰਪਸ਼ਨ ਤੱਕ ਦੀਆਂ ਪਹੁੰਚਦੀਆਂ ਨੇ। ਫਾਰਮੇਸੀ ਦੀਆਂ ਗੱਲਾਂ, ਬਜ਼ੁਰਗਾਂ ਦੀ ਡੋਨੇਸ਼ਨ ਦੀ ਗੱਲ। ਹੋਰ ਦੇਖੋ, ਇੱਕ ਬਜ਼ੁਰਗ ਕੈਂਸਰ ਵਾਲਿਆਂ ਨੂੰ ਡੋਨੇਸ਼ਨ ਦੇਣਾ ਚਾਹੁੰਦੀ ਸੀ, ਜਾ ਕੇ ਬੈਠ ਗਏ ਜੀ ਉਸੇ ਡਾਇਰੈਕਟਰ ਉਹਦੇ ਸਰਾਣੇ। ਉਹਦੀ ਬ੍ਰੇਨ ਵਾਸ਼ਿੰਗ ਤੇ ਨਾਲ ਗਿਲਟ ਕੌਨਸ਼ੀਅਸ ਹੈ ਜਿਹੜੀ ਐਸਾ ਤਾਂਡਵ ਨਾਚ ਉਹਨਾਂ ਦੇ ਆਲੇ ਦੁਆਲੇ ਕੀਤਾ ਕਿ ਤੁਸੀਂ ਡੋਨੇਸ਼ਨ ਜਿਹੜੇ ਦੇਣੀ ਆ ਤਾਂ ਤੁਸੀਂ ਡੋਨੇਸ਼ਨ ਕੈਂਸਰ ਵਾਲਿਆਂ ਨੂੰ ਕਿਉਂ ਦਿੰਦੇ ਹੋ? ਤੁਹਾਨੂੰ ਤਾਂ ਡੋਨੇਸ਼ਨ ਹੈ ਜਿਹੜੀ ਉਹ ਪਿਕਸ ਵਾਲਿਆਂ ਨੂੰ ਦੇਣੀ ਚਾਹੀਦੀ ਹੈ, ਸਾਡੀ ਆਪਣੀ ਸੰਸਥਾ ਨੂੰ ਜਿਹੜੀ ਤੁਹਾਡੀ ਦੇਖ ਰੇਖ ਕਰਦੀ ਹੈ। ਇਟਸ ਅ ਮੈਂਟਲ ਮੈਨੂਪੂਲੇਸ਼ਨ। ਇਹ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਦੀ ਹਾਂ ਆਸ਼ਨ। ਹਾਂਜੀ, ਯਾਦ ਰਹੇ, ਜਿਹੜੇ ਸਾਡੇ ਬਜ਼ੁਰਗ ਇਹ ਸੰਸਥਾ ਤੋਂ ਸੇਵਾਵਾਂ ਪ੍ਰਾਪਤ ਕਰਦੇ ਨੇ, ਇਹ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਪਣੀ ਜੇਬ 'ਚੋਂ ਪੈਸਾ ਨਹੀਂ ਦਿੰਦੇ। ਉਹ ਬਜ਼ੁਰਗ ਜਿਨ੍ਹਾਂ ਦੀ ਆਮਦਨ ਘੱਟ ਆ, ਅਗਰ ਉਹਨਾਂ ਨੂੰ ਇਸ ਫੈਸਿਲਿਟੀ ਦੀ ਲੋੜ ਪੈਂਦੀ ਹੈ, ਉਹਨਾਂ ਦੀ ਬੇਸ਼ੱਕ ਪੈਨਸ਼ਨ ਦਾ ਹਿੱਸਾ ਰੱਖਿਆ ਜਾਂਦਾ, ਜਿਹੜਾ ਬਾਕੀ ਹਿੱਸਾ ਹੈ ਉਹ ਪਿਕਸ ਵਾਲੇ ਨਹੀਂ ਲਾਉਂਦੇ, ਬਲਕਿ ਇਹਨਾਂ ਦੀ ਮੂੰਹ ਮੰਗੀ ਕੀਮਤ ਆ ਜਿਹੜੀ ਉਹ ਸਰਕਾਰ ਦਿੰਦੀ ਹੈ। ਅਰੇ ਸਰਕਾਰ ਤੋਂ ਨਿਸੰਗ ਤਰੀਕੇ ਨਾਲ ਰੱਜ ਕੇ ਪੈਸੇ ਲੈਂਦੇ ਆ। ਕੀ ਉਸ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਆ? ਉਹ ਵਿੱਚ ਦਾ ਜਿਹੜਾ ਹਿੱਸਾ ਉਹ ਜਾਂਦਾ ਕਿੱਥੇ ਹੈ? Who's taking the benefit? ਮੈਂ ਹੈਰਾਨ ਆ
ਵੀ ਸੀਓ ਦੀ ਤਨਖਾਹ ਦੇ ਵਿੱਚ 30,000 ਤੋਂ ਉੱਤੇ ਦਾ ਵਾਧਾ ਹੋ ਗਿਆ, ਡਾਇਰੈਕਟਰਾਂ ਦੇ ਵੀ ਛਾਂਗੇ ਲੱਗ ਗਏ। ਇਹ ਤਾਂ ਉਹੀ ਗੱਲ ਹੋ ਗਿਆ, ਧੇਲੇ ਦੀ ਬੁੜੀ ਟਾਕਾ ਸਰ ਮੰਡਾਈ ਦਾ। ਸੰਸਥਾ ਨੂੰ ਚਲਾਉਣ ਦੇ ਲਈ ਚਲਾਉਣ ਵਾਲੇ ਲੋਕਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹਦੇ 'ਚ ਇੰਨਾ ਜ਼ਿਆਦਾ ਵਾਧਾ ਆਪਣੇ ਆਪ ਦੇ ਵਿੱਚ ਸਵਾਲ ਉਠਾਉਂਦਾ ਹੈ। जी हाँ दोस्तों, एक बार फिर आप सभी को ये बता दें कि पिक्स का जो AGM मीटिंग है वो सितंबर 10 तारीख को होने जा रही है। विल टेक अ क्विक कमर्शियल ब्रेक। ਹੈਲੋ ਤੁਸੀਂ ਕਿੱਥੇ ਹੋ? ਕੰਮ ਤੇ ਆ ਯਾਰ, ਦੱਸ। ਮੇਰੀ ਗੱਡੀ ਦਾ ਨਾ 132 ਸਟਰੀਟ ਤੇ ਛੋਟਾ ਜਿਹਾ ਕੋਲੀਜਨ ਹੋ ਗਿਆ। ਮੈਨੂੰ ਤਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੇ ਲੈ ਕੇ ਜਾਵਾਂ। ਨਾਲੇ ਮੈਨੂੰ ਤਾਂ ਇੱਥੇ ਸਭ ਕੁਝ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ। ਦੇਖ, ਪਹਿਲੀ ਗੱਲ ਤਾਂ ਰੱਬ ਨੇ ਬਚਾ ਕਰਤਾ, ਠੀਕ ਹੈ। ਨਾਲੇ ਜੋ ਤੈਨੂੰ ਬਲੈਕ ਐਂਡ ਵਾਈਟ ਨਜ਼ਰ ਆ ਰਿਹਾ ਨਾ, ਉਹ ਲਾਜ਼ਮੀ ਬਲੈਕ ਐਂਡ ਵਾਈਟ ਆਟੋ ਬੋਡੀ ਦਾ ਸਾਈਨ ਹੋਣਾ ਹੈ। ਸੋ ਗੱਡੀ ਬਲੈਕ ਐਂਡ ਵਾਈਟ ਆਟੋ ਬੋਡੀ ਤੇ ਲੈ ਜਾ। ਬਲੈਕ ਐਂਡ ਵਾਈਟ ਆਟੋ ਬੋਡੀ ICBC accredited ਅਤੇ ਫੁੱਲ ਸਰਵਿਸ ਆਟੋ ਬੋਡੀ ਸ਼ਾਪ ਹੈ। ਪਹੁੰਚੋ 7823 132 ਸਟਰੀਟ ਸਰੀ ਦੇ ਵਿੱਚ। ਕਾਲ 604 503 0988। ਬਲੈਕ ਐਂਡ ਵਾਈਟ ਆਟੋ ਬੋਡੀ। कल सारे बड़े खुश सी। होना क्यों नहीं खुश, पेट जो उनके खुश थे बानीज कढ़ाई वाला के डिशेस के साथ। बेस्ट कढ़ाई डिशेस ओनली एट बानीज कढ़ाई वाला। लाहौरी कढ़ाई, अचारी कढ़ाई, कबाब बस कढ़ाई। बस 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 हुण नहीं रहा जांदा। बार्नीज कढ़ाई वाला है किथे? अपने सरी पिंड ते 8140 स्ट्रीट, second location 12889 84th Avenue, Surrey. Phone number 7785654416। चिकन, लैम, वेज कढ़ाई, नॉन वेज करी, हर किस्म के एपेटाइजर्स, नान, स्टफ्ड चिकन और लैम नान, बिरयानी, इनके डिशेस का क्या कहना। एक बार ट्राई करोगे बानीज कढ़ाई वाला, कभी नहीं भूलोगे। आप खुश, बानीज कढ़ाई वाला खुश। ਮੌਰਗੇਜ ਕਿਸੇ ਵੀ ਪ੍ਰਕਾਰ ਦੀ ਲੈਣੀ ਹੈ ਤਾਂ ਐਂਕਰ ਮੌਰਗੇਜ ਕੈਨੇਡਾ ਨੂੰ ਸੰਪਰਕ ਕਰੋ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਕੰਸਟਰਕਸ਼ਨ, ਪ੍ਰਾਈਵੇਟ ਮੌਰਗੇਜ ਜਾਂ ਫਿਰ ਰੀਫਾਈਨੈਂਸ ਤੇ ਇਕਵਿਪਮੈਂਟ ਫਾਈਨੈਂਸ ਲੈਣ ਦੇ ਲਈ ਇੱਕ ਹੀ ਨਾਮ ਐਂਕਰ ਮੌਰਗੇਜ ਕੈਨੇਡਾ ਤੁਹਾਡੀ ਮਦਦ ਕਰਨਗੇ। ਔਰ ਇਹਨਾਂ ਦੇ ਏਜੰਟਸ ਨੂੰ ਵੱਡੇ ਬੈਂਕਾਂ ਨਾਲ ਲੰਮਾ ਸਮਾਂ ਕੰਮ ਕਰਨ ਦਾ ਤਜਰਬਾ ਹੈ। ਨਵੇਂ ਬ੍ਰੋਕਰ ਵੀ ਹਾਇਰ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਕਰੋ ਸੰਪਰਕ 7788802345। ਯੂਨਿਟ ਨੰਬਰ 204-2589 Cedar Park Place, Abbotsford. ਐਂਕਰ ਮੌਰਗੇਜ ਕੈਨੇਡਾ। ਮੀਡੀਆ ਵੇਜ ਦੇ ਪਲੇਟਫਾਰਮ ਤੋਂ ਜੀ ਪ੍ਰੋਗਰਾਮ ਦੇ ਅੰਤਰਗਤ ਆਪ ਸਭ ਨਾਲ ਜਿਹੜੀਆਂ ਜਾਣਕਾਰੀਆਂ ਨੇ ਪਿਛਲੇ ਸਮੇਂ ਤੋਂ ਸਾਂਝੀਆਂ ਕਰਦੇ ਆ ਰਹੇ ਹਾਂ। AGM ਦਾ ਵਕਤ ਉਹ ਹੁੰਦਾ ਹੈ ਜਦੋਂ ਕਿ ਸਾਰੀਆਂ ਦੀਆਂ ਸਾਰੀਆਂ ਕਤਾਈਆਂ ਨੇ ਜਿਹੜੀਆਂ ਉਹਨਾਂ ਨੂੰ ਉਹਨਾਂ ਦੇ ਬਾਰੇ ਸਵਾਲ ਕਰਨ ਦਾ ਤੇ ਜਵਾਬ ਮੰਗਣ ਦਾ ਵਕਤ ਹੁੰਦਾ ਹੈ। ਕਿਉਂਕਿ ਨਵੇਂ ਬੋਰਡ ਆਫ ਡਾਇਰੈਕਟਰਸ ਦੇ ਵਹਿਮ ਜਿਹੜੇ ਫੈਸਲੇ ਨੇ ਉਹ ਇਸੇ AGM ਦੇ ਦੌਰਾਨ ਨੇ ਜਿਹੜੇ ਲਏ ਜਾਂਦੇ ਨੇ। ਬੋਰਡ ਦੇ ਮੈਂਬਰ ਨੇ ਜਿਹੜੇ ਉਹਨਾਂ ਦੀ ਚੋਣ ਹੈ ਕੀਤੀ ਜਾਂਦੀ ਆ ਔਰ ਸੰਸਥਾ ਦੇ ਮੁਤਲਕ ਹੋਰ ਬਹੁਤ ਸਾਰੇ ਫੈਸਲੇ ਨੇ ਜਿਹੜੇ ਲਏ ਜਾਂਦੇ ਨੇ। ਤੁਹਾਨੂੰ ਯਾਦ ਹੋਵੇਗਾ ਸ਼ੁਰੂ ਦੇ ਵਿੱਚ ਅਸੀਂ ਕਿਸ ਪ੍ਰਕਾਰ ਦੀ ਜਿਹੜੀ ਅੰਦਰੂਨੀ ਕਾਰਗੁਜ਼ਾਰੀ ਹੈ ਸਾਬਕਾ ਜਿਹੜੇ EMPLOYEES ਨੇ ਉਹਨਾਂ ਵੱਲੋਂ ਦੱਸਣ ਦੇ ਆਧਾਰ ਦੇ ਉੱਤੇ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਰਿਵਾਈਂਡ ਕਰਾਉਣਾ ਚਾਹੁੰਦੀ ਹਾਂ। ਆਪ ਸਭ ਨੂੰ ਯਾਦ ਹੀ ਹੋਏਗਾ ਜਿਸ ਗੱਲ ਦੇ ਉੱਤੇ ਬੜਾ ਤਿੱਖਾ ਪ੍ਰਤੀਕਰਮ ਹੈ ਜਿਹੜਾ ਉਹ ਵੀ ਮਿਲਿਆ ਸੀ ਕਿ ਕਿਸ ਪ੍ਰਕਾਰ ਜਦੋਂ ਨੌਕਰੀਆਂ ਤੇ ਰੱਖੇ ਜਾਂਦੇ ਆ ਤਾਂ ਬੜੇ ਨਿਸੰਗ ਤਰੀਕੇ ਨਾਲ ਸਰੀਰ ਦਾ ਗੁਲਾਈਆਂ ਜਿਹੜੀਆਂ ਨੇ ਉਹ ਅੱਖਾਂ ਰਾਹੀਂ ਨਹੀਂ ਬਲਕਿ ਬੋਲ ਚਾਲ ਦੇ ਰਾਹੀਂ ਵੀ ਨਾਪੀਆਂ ਜਾਂਦੀਆਂ ਨੇ। ਔਰ ਨਿਰਸੰਦੇਹ ਇਸ ਗੱਲ ਤੇ ਸਾਨੂੰ ਬੜਾ ਗੁੱਸਾ ਵੀ ਆਇਆ ਔਰ ਸ਼ਰਮ ਨਾਲ ਸਿਰ ਵੀ ਨੀਵਾਂ ਹੋਇਆ ਕਿ ਖੈਰਾਤੀ ਸੰਸਥਾ ਦੇ ਵਿੱਚ EMPLOYEE ਰੱਖਣ ਦੇ ਵਕਤ ਔਰਤ ਦੇ ਜਿਸਮ ਨੂੰ ਤੱਕ ਕੇ ਉਹਦੇ ਗੁਲਾਈਆਂ ਨਾਪ ਕੇ ਅੱਖਾਂ ਤੇ ਸ਼ਬਦਾਂ ਰਾਹੀਂ ਕਿਸੇ ਤਰ੍ਹਾਂ ਦੀਆਂ ਜਿਹੜੀਆਂ ਅਪਾਇੰਟਮੈਂਟਸ ਨੇ ਉਹ ਦਿੱਤੀਆਂ ਜਾਂਦੀਆਂ ਨੇ। ਵਾਓ। ਜਦੋਂ ਮੈਂ ਉਹਨਾਂ ਨੂੰ ਇਹ ਪੁੱਛਿਆ ਕਿ ਤੁਸੀਂ ਇਸ ਗੱਲ ਦੇ ਖਿਲਾਫਤ ਦੇ ਵਿੱਚ ਕਿਉਂ ਨਹੀਂ ਆਵਾਜ਼ ਉਠਾਈ, ਕਹਿੰਦੇ ਜੀ ਜਿਹੜਾ ਕੋਈ ਆਵਾਜ਼ ਉਠਾਉਂਦਾ ਸੀ ਨਾ ਉਹਦੇ ਤੇ ਐਡੇ ਕਹਿੰਦੇ ਲੰਬੇ ਮੈਮੋ ਲਿਖ ਕੇ ਦੂਜੇ ਦਿਨ ਫੜਾ ਦਿੱਤੇ ਜਾਂਦੇ ਸੀ ਤੇ ਤੋੜ ਦਿੱਤਾ ਜਾਂਦਾ ਸੀ। ਸਾਨੂੰ ਆਪਣੀ ਜੌਬ ਇਨਸਿਕਿਉਰਿਟੀ ਹੈ ਉਸ ਦਾ ਸਪਸ਼ਟੀਕਰਨ ਕਰਨ ਕਈ ਲੋਕਾਂ ਵੱਲੋਂ EMPLOYEES ਵੱਲੋਂ ਤੁਹਾਨੂੰ ਯਾਦ ਹੀ ਹੋਣਾ CEO ਨੇ ਕਿਸ ਪ੍ਰਕਾਰ ਆਪਣੇ EMPLOYEES ਨੂੰ ਨਾਲ ਇਕੱਠੇ ਕਰਕੇ ਉਹਨਾਂ ਤੋਂ ਕਿਹਾ ਜੀ ਅਸੀਂ ਤਾਂ ਬੜੇ ਇੱਥੇ ਖੁਸ਼ ਹਾਂ ਸੁੱਖ ਹਾਂ। ਯਾਦ ਰਹੇ ਪਿਕਸ ਦੇ ਵਿੱਚ EMPLOYEES ਕਿੰਨੇ ਨੇ। ਇਹ ਮੰਨ ਕੇ ਚੱਲਦੇ ਆ ਕਿ ਜੇ ਧੂੰਆਂ ਹੈ ਉਹ ਹੈ ਤਾਂ ਕਿਉਂਕਿ ਅੱਗ ਲੱਗੀ ਹੋਈ ਹੈ ਕਿਤੇ ਉਹ ਧੂੰਆਂ ਨਹੀਂ ਉੱਠਦਾ।
ਇਹ ਕਾਰਗੁਜ਼ਾਰੀਆਂ ਪਿਕਸ ਦੇ ਵਿੱਚ। ਕੌਣ ਭੁੱਲ ਸਕਦਾ ਕੁੰਡੇ ਵਾਲੀ ਬੋਤਲ ਚੱਕ ਕੇ ਜਾਮ ਛਲਕਾਉਣੇ, ਮੁਰਗੇ ਖਾਣੇ, ਤੇ ਉਹ ਇਹਨਾਂ ਦੀਆਂ ਮੀਟਿੰਗ ਸੀ, ਉਹ ਇਹਨਾਂ ਦੀਆਂ ਬੋਰਡ ਦੀਆਂ ਮੀਟਿੰਗਸ। ਇਮੇਜਿਨ ਕਰ ਸਕਦੇ ਹੋ ਤੁਸੀਂ, ਖਰਾਤੀ ਸੰਸਥਾ ਦੀ ਮੀਟਿੰਗ ਦੇ ਵਿੱਚ ਕੁੰਡੇ ਵਾਲੀ ਬੋਤਲ ਦੇ ਨਾਲ ਜੀ ਚਲੋ ਜੀ ਪੈਗ ਪਾਏ ਜਾ ਰਹੇ ਆ, ਲਾਏ ਜਾ ਰਹੇ ਆ। ਉਹਦੀ ਪ੍ਰਮੋਸ਼ਨ ਹੋ ਗਈ ਮੌਜੂਦਾ ਜਿਹੜਾ ਬੋਰਡ ਦੇ ਮੈਂਬਰ ਨੇ ਤੇ ਨਾਲ ਇਹ CEO ਸਤਵੀਰ ਚੀਮਾ, ਕਿ ਬੱਕਰਾ ਪਾਰਟੀਆਂ ਸ਼ੁਰੂ ਹੋ ਗਈਆਂ। ਬੱਕਰਾ ਪਾਰਟੀ ਕਰਕੇ ਉਹਦੇ ਉੱਤੇ ਇਹ ਨਿਰਧਾਰਿਤ ਕੀਤਾ ਜਾਂਦਾ ਕਿ ਹਾਂ ਹੁਣ ਕਿਹਨੂੰ ਰੱਖਣਾ, ਕਿਵੇਂ ਰੱਖਣਾ, ਕਿਹੜਾ ਨਵਾਂ ਬੋਰਡ ਮੈਂਬਰ ਆ ਜਿਹੜਾ ਉਹਨੂੰ ਵਿੱਚ ਪਾਉਣਾ ਹੈ, ਔਰ ਉਹਦੀ ਫਿਰ ਉਹ ਤੋਂ ਬਾਅਦ ਉਹ ਤੋਂ ਆਪਣੀ ਮਰਜ਼ੀ ਦੀ ਬੋਲੀ ਕਿਵੇਂ ਬੁਲਾਉਣੀ ਹੈ। ਕਿ ਇਹ ਕਰਪਸ਼ਨ ਨਹੀਂ ਹੈ ਤਾਂ ਹੋਰ ਕੀ ਹੈ, ਇਸ ਤੇ ਮਿਸਕੰਡਕਟ ਦੇ ਆਧਾਰ ਦੇ ਉੱਤੇ ਅੱਛਾ ਨਾ ਕਿਸੇ ਵੀ ਕੰਪਨੀ 'ਚ ਇੱਕ ਬੰਦੇ ਨੂੰ ਨਾ, ਇੱਕ EMPLOYE ਨੂੰ ਲਾਮੇ ਕਰ ਦਿੱਤਾ ਜਾਂਦਾ ਕਿ ਤੁਹਾਡਾ ਪ੍ਰੋਫੈਸ਼ਨਲ ਮਿਸਕੰਡਕਟ ਹੈ। ਤੇ ਇੱਥੇ ਤਾਂ ਸੁਖਨਾ ਡਾਇਰੈਕਟਰਾਂ ਦਾ ਇਹ ਹਾਲ ਹੈ। ਪਹਿਲਾਂ ਸ਼ਰਾਬ ਪੀਣ ਕਰਕੇ ਕੱਢੇ ਹੋਏ ਜਿਹੜੇ EMPLOYE ਨੇ ਉਹਨਾਂ ਨੂੰ ਡਾਇਰੈਕਟਰ ਬਣ ਕੇ ਬਿਠਾਇਆ ਹੋਇਆ ਹੈ। ਜੇ ਸਵਾਲ ਪੁੱਛਦੇ ਆ ਤਾਂ ਮਾੜੀਆਂ ਇਹ ਨੇ, ਇਹਨਾਂ ਨੂੰ ਕਿਉਂ ਤਕਲੀਫ ਹੁੰਦੀ ਹੈ? ਇੱਕ ਸਵਾਲ ਹੋਰ ਆਉਂਦਾ, ਕਹਿੰਦੇ ਇਹਨਾਂ ਨੂੰ ਕਿਉਂ ਤਕਲੀਫ ਹੁੰਦੀ ਹੈ? ਯਾਦ ਰਹੇ ਗਲੀ ਦੇ ਵਿੱਚੋਂ ਹਜ਼ਾਰਾਂ ਲੋਕੀ ਲੰਘਦੇ ਨੇ, ਪਰ ਜਿਹਦੀ ਡਿਊਟੀ ਲੱਗੀ ਹੋਵੇ ਟੌਕਸੀ ਕਰਨ ਦੀ, ਸਿਕਿਉਰਿਟੀ ਦੀ, ਆਵਾਜ਼ ਉਹੀ ਉਠਾਉਂਦਾ ਹੈ। ਔਰ ਮੀਡੀਆ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਕਿਸੇ ਵੀ ਪ੍ਰਕਾਰ ਦੀ ਕੋਤਾਹੀ ਦੇ ਬਾਰੇ ਆਮ ਪਬਲਿਕ ਨੂੰ, ਜਨਤਾ ਨੂੰ ਉਹ ਜਾਣਕਾਰੀ ਦੇਵੇ। ਪਰ ਉਸ ਨੂੰ ਡਰਾਉਣ ਧਮਕਾਉਣ ਦੀ ਆ ਕੈਂਪ ਮਾਰ ਵਾਲੀ ਕਹਾਣੀ ਹੈ ਜਿਹੜੀ ਤੁਹਾਡੇ ਨਾਲ ਸਾਹਮਣੇ ਆ, ਕਿੰਨੇ ਦਿਨਾਂ ਤੋਂ ਚੱਲ ਰਹੀ ਸੀ कि सस्पेंडेड रियल्टर आ बोर्ड के उत्ते बैठा होया। इज इट पॉसिबल? दीदी एक चीज़ मैं देख रही हूँ, पिक्स के जो वेबसाइट है जिसमें बोर्ड ऑफ डायरेक्टर्स है, उनके बोर्ड ऑफ डायरेक्टर्स की तस्वीर है, उसके साथ में बोर्ड ऑफ डायरेक्टर्स की जो बायोग्राफी है वो लिखा हुआ है। कैंप पवार दा मिसिंग है, ਉਹਦੇ ਥੱਲੇ ਕੁਝ ਨਹੀਂ ਲਿਖਾ ਹੈ, ਰੀਅਲਟਰ ਤੱਕ ਨਹੀਂ ਲਿਖਾ ਗਿਆ। ਚਲੋ ਸਸਪੈਂਡਡ ਰੀਅਲਟਰ तो ਛੱਡ ਹੀ ਦੋ, ਰੀਅਲਟਰ ਹੀ ਨਹੀਂ ਲਿਖਿਆ ਹੋਇਆ। वजह की है? दैट्स व्हाट आई एम अ लिटिल कंफ्यूज्ड हियर कि वजह क्या हो सकती है। पिक्स के बोर्ड में सारे बोर्ड ऑफ डायरेक्टर्स है जी, और उनकी बायोग्राफी लिखी हुई है सारे बोर्ड ऑफ डायरेक्टर्स की, और CEO का भी पिक्चर है उसी वेब पेज पर। लेकिन जिस तरह से त्रिलोचन सिंह संधू है जो चेयर है, उसका पूरा बायोग्राफी लिखा हुआ है। फिर अमर सिद्धू है जो वाइस चेयर है, उसका भी पूरा लिखा हुआ है कि एनविजन फाइनेंशियल में और किस तरह से एनविजन फाइनेंशियल के एम्प्लॉय रह चुके हैं, और त्रिलोचन संधू हैज़ बीन विद एनविजन फाइनेंशियल फॉर द लॉन्गेस्ट। और उसके बाद मनिंदर कौर ग्रीवाल है जो खालसा क्रेडिट यूनियन में है, जो जहाँ पर CEO सतबीर चीमा भी काम कर चुके हैं, और जहाँ पर त्रिलोचन संधू इस वक्त है। सो ये जो लिंक्स है वो पता चल रहा है। फिर उसके बाद में गुरविंदर गेरी ग्रीवाल है जो बैचलर्स की है कंप्यूटर साइंस में, और ये एक पुलिस ऑफिसर है रॉयल कैनेडियन माउंटेड पुलिस के साथ। नाउ आई वंडर कि बोर्ड में एक RCMP ऑफिसर बैठा है तो बगैर किसी कंप्लेन के सतबीर चीमा हमारे घर पर RCMP ऑफिसर भेज देता है। जो कनेक्शंस है, कड़ियाँ हैं, कहाँ कहाँ जाकर जुड़ती है। फिर हैरी कूनर है जो एक बायलॉ ऑफिसर थे, लेकिन मेयर डागमा कलम मेयर ब्रेंडा लॉक के जीतने के बाद हैरी कूनर कहते हैं ब्रेंडा लॉक के साथ ही चेयर लगा के बैठता है एज अ मेयर के दफ्तर में। तो ये भी पता ही आपको। फिर रणबीर मंच है जिसके बारे में हमने बहुत अच्छी बातें नहीं की है, जिसमें आपको पता है कि जो अल्कोहलिक होते हैं, जिनको अल्कोहल के वजह से फायर किया गया था पिक्स के एम्प्लॉय के वजह से, एंड दैट वाज फायर्ड बाय द एम्प्लॉयर व्हिच वाज पिक्स। लेकिन फिर उसको सतबीर चीमा अपने बोर्ड ऑफ डायरेक्टर में बिठा लिया रणबीर मंच को। और फिर उसके बाद कैंप पवार का पिक्चर आता है, लेकिन उसके पिक्चर के साथ कोई बायोग्राफी नहीं है। Why? I have nothing, there is nothing to say about। चलो अगर कुछ नहीं था तो सस्पेंडेड रियल्टर ही कह देते। I don't see anything on the website
सिर्फ एक ही डायरेक्टर है जो कैंप पवार है, जिसका कोई खाते में कुछ नहीं लिखा हुआ है। चलो ये लिख देते, अगर कुछ नहीं था इनके पास तो म्युनिसिपल इलेक्शन के कैंडिडेट ही लिख देते इन 2022 who claim to have 100,000 votes, लेकिन 3,000 वोट ही इसको मिले। I don't know why he doesn't have a biography. There is nothing to Nothing mention there. or too bad to Yes, mention. there's nothing there. And then we have Parveen Goyal, जिसके बारे में लिखा है कि डायरेक्टर ऑफ इंजीनियरिंग है, ऑपरेशंस एट कनाडा पोस्ट। डॉक्टर बिरेंदर टीना पुरेवाल, जिनके बारे में काफ़ी कुछ हम लोगों ने सुने हैं। ये मिस्टर पुरेवाल की धर्मपत्नी है। मिस्टर पुरेवाल ने भी हमें एक बार फ़ोन किया था बताने के लिए। खैर वो बातें फिर सही। और फिर दी सतबीर सिंह चीमा, जिनके बारे में बहुत कुछ, चाचा यही है, इनके ही भतीजा है कंवल कुमन, और इसके बारे में लिखा हुआ है कि किस तरह से साल 2017 में ये बने थे CEO, और वो कहानी तो सभी को पता ही है। बट हैरानी की बात है, एक बोर्ड ऑफ डायरेक्टर का कोई निशानी नहीं है कि क्या कर रहा है क्या नहीं कर रहा है। लेकिन हाँ, अगर आप जाकर सर्च करो गूगल में, कैंप पवार सस्पेंडेड रियल्टर ही आप मारोगे गूगल में, तो आपको बहुत सारी इन्फॉर्मेशन आ जाएंगे। और इन्फॉर्मेशन है bcfsa.ca की तरफ से। ब्रिटिश कोलंबिया मेरे ख्याल से जो रियल एस्टेट वाले हैं, BCFSA, फाइल नंबर 15-758, द रियल एस्टेट काउंसिल ऑफ ब्रिटिश कोलंबिया के तरफ से जो फाइल नंबर 15-758 है, उसमें कैंप पवार के बारे में, सस्पेंशन के बारे में, उसकी डिसिप्लिन के बारे में, उसकी पेनल्टी के बारे में सारी जानकारी है। तो बिफोर द AGM ज़रूर जाइए www.bcfsa.ca, फाइल नंबर 15-758, द रियल एस्टेट काउंसिल ऑफ ब्रिटिश कोलंबिया। जब आप उसको क्लिक करोगे तो फिर फाइल नंबर 15-758, the Real Estate Council of British Columbia in the matter of Real Estate Services Limited, SBC 2004 C42 as amended, and in the matter of Karamveer Camp Pawar 146796 and Camp Pawar Personal Real Estate Corporation 146796 PC, consent order आ जाएगा। और उस कंसेंट ऑर्डर के नीचे आप सारा कुछ पढ़िए, आपको पूरी डिटेल्स मिल जाएंगे। और ये कंसेंट ऑर्डर रिव्यू कमेटी का जो सिग्नेटरी है वो है यासीन अमलानी, जिन्होंने कंसेंट ऑर्डर दिया है रिव्यू कमेटी का। तो ये सारी जानकारी आप ऑनलाइन जाकर देख लो। आजकल सारों के पास गूगल बाबा है, सारे जाकर ऑनलाइन गूगल पे सर्च कर सकते हैं। अगेन फाइल नंबर 15-758 और द रियल एस्टेट काउंसिल ऑफ ब्रिटिश कोलंबिया, जहाँ पर अब कैंप पवार के सारे जो बोर्ड ऑफ डायरेक्टर है, पिक्स वालों ने तो इसके कोई भी कारगुजारी नहीं लिखी हुई है, लेकिन अगर आप AGM से पहले बोर्ड ऑफ डायरेक्टर कैंप पवार के कारगुजारी जानना चाहते हो तो BCFSA के वेबसाइट पे जाकर फाइल नंबर 15-758 रियल एस्टेट काउंसिल ऑफ ब्रिटिश कोलंबिया का डॉक्यूमेंट ज़रूर पढ़ लीजिएगा। इससे आपको बहुत सारे इन्फॉर्मेशन मिल जाएगी। ਬਿਲਕੁਲ ਆਸ਼ਾ ਨਾ, ਅੱਜ ਕੱਲ੍ਹ ਤਾਂ ਇਹੀ ਤਾਂ ਖੂਬਸੂਰਤੀ ਅੱਜ ਦੇ ਯੁੱਗ ਦੀ ਕਿ ਤੁਸੀਂ ਕੁਝ ਵੀ ਚੰਗਾ ਕਰੋ ਚਾਹੇ ਮੰਦਾ ਕਰੋ, ਇਹ ਬਿਲਕੁਲ ਜਾਣਕਾਰੀ ਜਨਤਕ ਮਿੰਟਾਂ ਦੇ ਵਿੱਚ ਹੋ ਸਕਦੀ ਹੈ ਔਰ ਤੁਸੀਂ ਲੱਭ ਸਕਦੇ ਹੋ ਔਰ ਲੱਭ ਲੈਣੀ ਚਾਹੀਦੀ ਹੈ। ਤੇ ਫਿਰ ਪਿਕਸ ਦੇ ਵਿੱਚ ਬੋਰਡ ਆਫ ਡਾਇਰੈਕਟਰ ਦੇ ਉੱਤੇ ਸੇਵਾਵਾਂ ਦੇਣ ਤੋਂ ਪਹਿਲਾਂ ਕੀ ਪਿਕਸ ਦੇ ਬੋਰਡ ਆਫ ਡਾਇਰੈਕਟਰ ਦੀ ਚੋਣ ਤੋਂ ਪਹਿਲਾਂ ਇਹ ਨਹੀਂ ਦੇਖਿਆ ਗਿਆ ਸੀ? ਨੰਬਰ 1। ਨੰਬਰ 2, ਪਤਾ ਲੱਗਣ ਤੋਂ ਬਾਅਦ ਕੀ ਕਾਰਵਾਈ ਹੋਈ ਹੈ? ਨੰਬਰ 3, ਵਾਈ ਨਾਟ? ਕੀ ਪਿਕਸ ਦੇ ਬੋਰਡ ਆਫ ਡਾਇਰੈਕਟਰ ਇਸ ਗੱਲ ਦਾ ਸੁਨੇਹਾ ਦਿੰਦੇ ਨੇ ਕਿ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਅਗਰ ਦਾਗੀ ਹੋ ਤਾਂ ਤੁਹਾਡੇ ਲਈ ਸਾਡੇ ਪਾਸ ਰਾਖਵੀਂ ਥਾਂ ਹੈ? ਇਹ ਵੀ ਪੁੱਛਣਾ ਜ਼ਰੂਰੀ ਹੈ, ਕਿਉਂਕਿ ਲਾਸਟ ਟਾਈਮ ਮੈਂ ਚੈੱਕਡ, ਇਸ ਤਰ੍ਹਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਜ਼ਿਆਦਾਤਰ ਜਿਹੜਾ ਸਮਾਜ ਦੇ ਹਿੱਤ ਦੇ ਵਿੱਚ ਵਿਚਰਨ ਵਾਲੇ ਲੋਕਾਂ ਦੀ ਭਾਲ ਦੇ ਵਿੱਚ ਹੁੰਦੀਆਂ ਨੇ, ਨਾ ਕਿ ਸਮਾਜ ਵਿਰੋਧੀ ਜਿਹੜੀਆਂ ਗਤੀਵਿਧੀਆਂ ਨੇ ਉਹਨਾਂ ਵੱਲ ਨੂੰ ਇਹ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਨੇ। ਯਾਦ ਰਹੇ, ਆਦਤ ਹੁੰਦੀ ਹੈ ਅੱਛਾ ਨਾ,
ਕਿਸੇ ਵੀ ਵਿਅਕਤੀ ਦੀ ਆਦਤ ਹੁੰਦੀ ਹੈ, ਔਰ ਆਦਤ ਜਾਂਦੀ ਨਹੀਂ ਹੁੰਦੀ। ਪੈਸੇ ਤੇ ਪਾਵਰ ਦੀ ਲਾਲਸਾ ਜਿਹੜੀ ਹੈ, ਅਗਰ ਕਿਸੇ ਵਿਅਕਤੀ ਨੂੰ ਚੰਬੜਦੇ ਹੋਏ ਨਾ, ਤਾਂ ਜਾਂਦੀ ਨਹੀਂ। ਔਰ ਇਸੇ ਕਰਕੇ ਕੋਈ ਵੀ ਵਿਅਕਤੀ ਆਪਣੇ ਕੰਮਾਂ ਕਾਰਾਂ ਤੋਂ ਪਛਾਣਿਆ ਜਾਂਦਾ। ਔਰ ਪਿਕਸ ਦੇ ਵਿੱਚ ਜਿਹੜੀ ਕਰਪਸ਼ਨ ਹੈ, ਉਸ ਦੀਆਂ ਕਿੰਨੀਆਂ ਸਾਰੀਆਂ ਉਦਾਹਰਨਾਂ ਨੇ ਅਸੀਂ ਤੁਹਾਨੂੰ ਦੇ ਚੁੱਕੇ ਹਾਂ। ਔਰ ਇਹ ਨਹੀਂ ਕਿ ਕੋਈ ਵੀ ਗੱਲ ਨਵੀਂ ਹੈ, ਇਹਨਾਂ ਬਾਰੇ ਅਸੀਂ ਤੁਹਾਨੂੰ ਬਾਰ-ਬਾਰ ਦੱਸਦੇ ਆ ਰਹੇ ਹਾਂ। AGM ਜਿਹੜੀ ਕਿ ਜਨਤਕ ਨਹੀਂ ਸੀ ਕੀਤੀ ਗਈ, ਉਹ ਵੀ ਤੁਹਾਨੂੰ ਦੱਸ ਦਿੱਤੀ ਕਿ 10 ਸਤੰਬਰ ਦਿਨ ਇਸ ਐਤਵਾਰ ਨੂੰ ਹੈ, ਜਿਹੜਾ ਹੁਣ ਐਤਵਾਰ ਹੈ। ਔਰ 10 ਸਤੰਬਰ ਨੂੰ ਰੱਖਣ ਦੇ ਪਿੱਛੇ ਹੋਰ ਕੀ ਮਨਸੂਬਾ ਹੋ ਸਕਦਾ ਸੀ, ਉਸ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਨ ਦੇ ਵਿੱਚ ਬਿਲਕੁਲ ਝਿਜਕ ਨਹੀਂ, ਕਿਉਂਕਿ ਰੈਫਰੈਂਡਮ ਦੇ ਕਾਰਨ 10 ਤਰੀਕ ਨੂੰ ਬਹੁਤਾ ਜ਼ਿਆਦਾ ਭਾਈਚਾਰਾ ਜਿਹੜਾ ਉੱਧਰਲੇ ਪਾਸੇ ਨੂੰ ਉਲਟਿਆ ਹੋਣਾ, ਇਹ ਕਿਹਾ ਜਾਂਦਾ ਹੈ। ਔਰ ਉਹ ਦਿਨ ਦੇ ਵਿੱਚ ਤਾਂ ਕਿ ਘੱਟ ਤੋਂ ਘੱਟ ਲੋਕਾਂ ਨੂੰ ਧਿਆਨ ਨਾ ਹੋਵੇ। ਇਹ ਚਾਲ ਸ਼ੁਰੂ ਤੋਂ ਵਰਤੀ ਜਾ ਰਹੀ ਹੈ ਆਸ਼ਾ ਨਾ, ਸ਼ੁਰੂ ਤੋਂ। ਲੁਕਾਉਣ ਦੇ ਪਿੱਛੇ ਕਾਰਨ ਕੀ ਹੈ? ਇਹੀ ਹੈ ਨਾ ਵੀ ਚੰਨ ਚੜੂ ਜੱਗ ਦੇਖੇ, ਚੰਨ ਚੜੇ ਤਾਂ ਜੱਗ ਦੇਖੇ। ਇਹ ਓਲਾ ਕਾਹਦੇ ਲਈ? ਮਾਤਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਜੇ ਬਿੱਲੀ ਨੂੰ ਦੇਖ ਕੇ ਕਬੂਤਰ ਅੱਖਾਂ ਮੀਚ ਲੇ, ਇਹਦਾ ਮਤਲਬ ਇਹ ਥੋੜੀ ਬਿੱਲੀ ਚਲੀ ਗਈ। ਪਰ ਉਮੀਦ ਇਸ ਗੱਲ ਦੀ ਕੀਤੀ ਜਾਂਦੀ ਹੈ। ਜਵਾਬ ਦੇਣ ਦੀ ਬਜਾਏ ਵਜਾਇਤਾਂ ਜਦੋਂ ਪ੍ਰਮੁੱਖ ਹੋ ਜਾਣ ਤਾਂ ਸਮਝੋ ਜਿੰਨਾ ਤੁਹਾਨੂੰ ਪਤਾ ਹੈ ਉਨਾ ਹੀ ਕਾਫੀ ਨਹੀਂ, ਬਲਕਿ ਉਹਦੇ ਪਿੱਛੇ ਉਸ ਤੋਂ ਕਈ ਗੁਣਾ ਜ਼ਿਆਦਾ ਗਲਤ ਹੈ। ਥੋੜਾ ਗਲਤ ਹੋਵੇ ਨਾ ਆਸ਼ਾ ਨਾ, ਫੜ ਦੇਣੇ ਕੋਈ ਵੀ ਵਿਅਕਤੀ ਆ, ਕੋਈ ਵੀ ਸੰਸਥਾ ਫੜ ਦੇਣੇ, ਕਹਿੰਦੀ ਹੈ ਵੀ ਹਾਂ ਕਤਾਈ ਹੋਈ ਹੈ, ਇਹਦੇ 'ਚ ਅਸੀਂ ਸੁਧਾਰ ਲਿਆ ਰਹੇ ਹਾਂ। ਦੇ ਕਮ ਅਪ ਫਰੰਟ ਵੀ ਆਹ ਇੱਥੇ ਕਮੀ ਪੇਸ਼ੀ ਆ, ਅਸੀਂ ਇਸ ਨੂੰ ਠੀਕ ਕਰ ਰਹੇ ਹਾਂ। ਜਦੋਂ ਵਜ੍ਹਾਵਾਂ ਦੱਸਣੀਆਂ ਸ਼ੁਰੂ ਕਰ ਦੇਣ, ਵਜਾਇਤਾਂ ਪਾਉਣੀਆਂ ਸ਼ੁਰੂ ਕਰ ਦੇਣ, ਐਕਸਪਲੇਨ ਜਾਂ ਬਹਾਨੇਬਾਜ਼ੀ ਮੈਂ ਕਹਿ ਸਕਦੀ ਹਾਂ, ਪਰਦੇ ਪਾਉਣੇ ਸ਼ੁਰੂ ਹੋ ਜਾਣ, ਤਾਂ ਸਮਝੋ ਬਹੁਤ ਕੁਛ ਹੈ। ਇਹ ਸਾਡੇ ਪ੍ਰੋਫੈਸ਼ਨ ਦਾ ਧੁਰ ਹੈ ਕਿ ਕੋਈ ਵੀ ਵਿਅਕਤੀ ਅਗਰ ਕਿਸੇ ਵੀ ਗਲਤੀ ਨੂੰ ਮੰਨ ਕੇ ਸਿੱਧਾ ਅਪ ਫਰੰਟ ਹੋ ਕੇ ਜ਼ਿੰਮੇਵਾਰੀ ਨਹੀਂ ਉਠਾਉਂਦਾ, ਲੁਕਾਉਣ ਨੂੰ ਤਰਜੀਹ ਦਿੰਦਾ, ਇਹਦਾ ਮਤਲਬ ਹੋਰ ਬਹੁਤ ਕੁਛ ਹੈ। ਸੋ ਪਿਕਸ ਦੀ ਕਾਰਗੁਜ਼ਾਰੀ ਇੱਥੇ ਹੀ ਖਤਮ ਨਹੀਂ ਹੁੰਦੀ। 10 ਤਰੀਕ ਨੂੰ ਤੁਹਾਡੇ ਪਾਸ ਮੌਕਾ ਹੈ, ਔਰ ਮੀਡੀਆ ਵੇਵ ਦੇ ਪਲੇਟਫਾਰਮ ਤੋਂ ਅਸੀਂ ਤੁਹਾਨੂੰ ਵੋਟ ਪੈਣ ਤੋਂ ਪਹਿਲਾਂ ਸੁਚੇਤ ਕਰਦੇ ਹਾਂ। ਬਾਅਦ ਚ ਲਾਉਣ ਤਾਂ ਦੇਣ ਦਾ ਤਾਂ ਕੋਈ ਫਾਇਦਾ ਹੀ ਨਹੀਂ। 10 ਤਰੀਕ ਨੂੰ AGM ਹੋਣੀ ਆ। ਆਪਣੇ ਕੰਸਰਨ ਦੱਸੋ, ਤੁਸੀਂ ਅੰਦਰ ਨਹੀਂ, ਤੁਸੀਂ ਬਾਹਰ ਦੱਸ ਸਕਦੇ ਹੋ ਖੜ ਕੇ। ਦੇ ਸ਼ੁੱਡ ਨੋ, ਤਾਂ ਕਿ ਅੰਦਰ ਫੈਸਲਾ ਲੈਣ ਵਾਲੇ ਚਤਨ ਰਹਿਣ ਕਿ ਉਹ ਦਿਨ ਗਏ ਜਦੋਂ ਲੋਕ ਸੁੱਤੇ ਰਹਿੰਦੇ ਸੀ ਤੇ ਅਸੀਂ ਮਨਮਰਜ਼ੀਆਂ ਕਰਦੇ ਸੀ। ਸਾਡੀ ਕੋਈ ਨਾ ਨਿੱਜੀ ਦੁਸ਼ਮਣੀ ਨਹੀਂ, ਅਸੀਂ ਉਹਨਾਂ ਨੂੰ ਬੁਰੀਆਂ ਤਾਂ ਹੀ ਲੱਗਦੇ ਆ ਕਿ ਉਹ ਗੱਲਾਂ ਜਿਹੜੀਆਂ ਲੁਕਾਉਣ ਦੇ ਲਈ ਉਹ ਹਰ ਸੰਭਵ ਕੋਸ਼ਿਸ਼ ਕਰਦੇ ਆ, ਅਸੀਂ ਉਹਨੂੰ ਜੱਗ ਜ਼ਾਹਰ ਕਰ ਦਿੰਦੇ ਆ। ਅਸੀਂ ਉਹਨਾਂ ਨੂੰ ਜ਼ਹਿਰ ਤਾਂ ਹੀ ਲੱਗਦੇ ਆ ਕਿਉਂਕਿ ਉਹਨਾਂ ਦੀਆਂ ਗਲਤ ਕਾਰਗੁਜ਼ਾਰੀਆਂ ਦੇ ਵਿੱਚ ਅਸੀਂ ਸਭ ਤੋਂ ਵੱਡਾ ਵਿਘਨ ਆ। ਔਰ ਖੈਰਾਤੀ ਸੰਸਥਾ ਦੇ ਵਿੱਚ ਜਾਂ ਕੋਈ ਪੋਲੀਟੀਕਲ ਬੰਦਾ ਜਾਣ ਕੇ ਕਿਸੇ ਵੀ ਤਰ੍ਹਾਂ ਦੀ ਕਰਪਸ਼ਨ ਔਰ ਗਲਤ ਕਾਰਗੁਜ਼ਾਰੀ ਦਾ ਹਿੱਸੇਦਾਰ ਹੋਵੇ, ਉਹ ਨਾ ਸਾਨੂੰ ਹਜਮ ਹੈ ਤੇ ਨਾ ਹੀ ਤੁਹਾਨੂੰ ਹਜਮ ਹੋਣਾ ਚਾਹੀਦਾ, ਕਿਉਂਕਿ ਅਗਰ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ ਤਾਂ ਯਾਦ ਰਹੇ ਤਬਾਹੀ ਹੈ ਜਿਹੜੀ ਉਹ ਮੂੰਹ ਮੰਗੀ, ਮੈਂ ਤਾਂ ਕਹਾਂਗੀ ਉਮੀਦ ਤੋਂ ਕਿਤੇ ਜ਼ਿਆਦਾ ਜਿੰਨੀ ਜਿਹੜੀ ਤਬਾਹੀ ਆ ਉਹ ਤੁਹਾਡੇ ਵੱਲ ਨੂੰ ਤੁਰਦੀ ਹੈ। ਪਿਕਸ ਦੇ ਉੱਤੇ ਕਿੰਨੀਆਂ ਕਰਪਸ਼ਨ ਦੇ ਅਸੀਂ ਸਾਰੇ ਦੱਸ ਚੁੱਕੇ ਹਾਂ। ਡੋਨੇਸ਼ਨ ਤੋਂ ਲੈ ਕੇ ਬਜ਼ੁਰਗਾਂ ਦੇ ਖਾਣੇ, ਦਵਾਈਆਂ, ਔਰ ਕਿਸ ਪ੍ਰਕਾਰ ਆਪਸੀ ਸੰਬੰਧਾਂ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਹੋਣਾ, ਪਿਕਸ ਦੇ CEO ਤੇ ਫਾਈਨੈਂਸਿੰਗ ਦੇ ਹੈੱਡ ਦਾ ਆਪਸ ਵਿੱਚ ਹੀ ਚਾਚੇ ਤੇ ਭਤੀਜੇ ਦਾ ਰਿਸ਼ਤਾ ਹੋਣਾ। ਔਰ ਜਦੋਂ ਸਵਾਲ ਉਠਾਏ ਸਰਕਾਰੀ ਆਡਿਟ ਦੇ ਜਿਹੜੇ ਪੇਪਰ ਨੇ ਉਹਨਾਂ ਦੇ ਵਿੱਚ ਕਹਿੰਦੇ ਨਹੀਂ ਸਾਡੀ ਤਾਂ ਨੇੜੇ ਦੀ ਰਿਸ਼ਤੇਦਾਰੀ ਹੈ ਨਹੀਂ। ਇਸ ਗੱਲ ਤੋਂ ਮੁਨਕਰ ਹੋਣਾ ਵੀ ਹਾਂ ਮੇਰੀ ਭੂਆ ਦਾ ਫੈਮਿਲੀ ਹੈ, ਤੁਸੀਂ ਇਮੈਜਿਨ ਕਰ ਸਕਦੇ ਹੋ। ਜੇ ਫਸ ਗਏ ਤਾਂ ਬਾਪ ਨੂੰ ਵੀ ਨਕਾਰ ਦਿਓ। ਇਹ ਮੈਂਟੈਲਿਟੀ ਰੱਖਣ ਵਾਲੇ ਜਿਹੜੇ ਲੋਕ ਨੇ, ਤੁਸੀਂ ਆਪਣੇ ਆਪ ਦੱਸੋ ਉਹ ਸਾਡੇ ਸਮਾਜ ਦੇ ਵਿੱਚ ਉਹ ਲੋਕ ਜਿਨ੍ਹਾਂ ਨੂੰ ਵਾਕਈ ਮਦਦ ਦੀ ਜ਼ਰੂਰਤ ਹੈ ਉਹਨਾਂ ਲਈ ਕਿੰਨੇ ਕੁ ਸਕੇ ਹੋ ਸਕਦੇ ਆਸ਼ਾ ਨਾ? बिल्कुल सही दीदी। और आज वेरी क्लियर पिक्चर हम देना चाहते हैं हमारे सारे लिसनर्स को। सितंबर 10 तारीख 1 बजे 12075 75A एवेन्यू असिस्टेड लिविंग फैसिलिटी ऑफ पिक्स, वहाँ आपके इंतज़ार होगा।
क्योंकि पिक्स के सीईओ, पिक्स के बोर्ड ऑफ डायरेक्टर्स ने बहुत मनमर्जी कर ली। सरकारी अगर $21 मिलियन तक इनको साल को दिया जाता है, इसका मतलब ये नहीं है कि जहां मर्जी ये उड़ा दे उस पैसे को। ये हम लोगों के मेहनत की कमाई है जो टैक्स पेयर्स के डॉलर्स के रूप में इनको दिया जाता है। अटायरा का जो हाल हुआ है, एसआरओ का हाल आपने सुना ही है। वी डोंट वांट दैट हैपनिंग टू अस एट पेक्स। इसीलिए पहले हमने सरकार को मौका दिया, सरकार ने इस पर कोई ज़्यादा दिलचस्पी नहीं दिखाई, क्योंकि सरकार को शायद इस बात का डर था कि उनके मिनिस्टर की बीवी वहाँ काम कर रही है। दिस इज़ नॉट गोना वर्क। एसआरओ में हमने कनेक्शंस देख ही लिए थे कि कौन किसका रिश्तेदार था। पिक्स के अंदर अगर ये सब कुछ हो रहा है, अपनी कम्युनिटी के ये बर्बादी जो हो रही है, हम इसको छुपाना चाहे तो भी नहीं छुपा सकते। ये गलत है और गलत है, इसके लिए आवाज़ उठाना बहुत ज़रूरी है। पिक्स को अगर बचाना है तो एजीएम सितंबर 10 तारीख को 1 बजे 12075 75 ए एवेन्यू पर ज़रूर पहुंचो। पिक्स को के जो फाउंडर थे चरणपाल गिल ने बड़ी मेहनत की है। ये करप्शन के लिए नहीं मेहनत की थी उसने, कि उसके बाद में सतबीर चीमा सीईओ बनकर ये सारे करप्शन करे, अपने हेड ऑफ फाइनेंस कमल कुम्मन को बैठाकर जो मर्जी कराए। दैट्स नॉट गोना हैपन। सस्पेंडेड रियल्टर कैंप पवार जैसे दागी रियल्टर्स यहां पर बैठकर मनमौजी करे, दैट्स नॉट गोना हैपन। अल्कोहलिक बोर्ड मेंबर्स बैठकर अपनी मनमर्जी करे, दैट्स नॉट गोना हैपन। सो इसलिए एजीएम संडे सितंबर 10 तारीख 12075 75 ए एवेन्यू। कोई ज़्यादा जानकारी चाहिए तो फ़ोन कीजिए मुझे 604-449-3333 604-449-3333। इजाज़त दीजिए, संडे मुलाकात होगी। ਪ੍ਰੋਗਰਾਮ ਵਿੱਚ ਸਮਾਂ ਸਾਂਝਾ ਕਰਨ ਲਈ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।